ਨਸ਼ੇ ਸਿਰਫ ਪੰਜਾਬ ਵਾਸਤੇ ਇੱਕ ਵੱਡੀ ਚੁਣੌਤੀ ਨਹੀਂ ਹੈ, ਬਲਕਿ ਗਵਾਂਢੀ ਸੂਬਿਆਂ ਦੇ ਵਿੱਚ ਵੀ ਨਸ਼ੇ ਬਹੁਤ ਜ਼ਿਆਦਾ ਪਰਮਾਰ ਆ। ਉਹਦੇ ਸਮਾਜਿਕ ਆਰਥਿਕ ਜਿਹੜੇ ਕਹਿ ਸਕਦੇ ਕਿ ਜਿਹੜਾ ਰਿਸ਼ਤੇ ਨੇ ਉਹ ਵੀ ਵਿਗੜੇ ਹੈਗੇ ਨੇ। ਨੌਜਵਾਨ ਦਾ ਵੀ ਨੁਕਸਾਨ ਹੋ ਰਿਹਾ, ਔਰ ਲਾਜ਼ਮੀ ਤੌਰ 'ਤੇ ਅਗਰ ਨੌਜਵਾਨਾਂ ਦਾ ਨੁਕਸਾਨ ਹੋਊਗਾ ਉਹ ਸਟੇਟ ਦਾ ਨੁਕਸਾਨ ਹੋਊਗਾ, ਉਹ ਰਾਸ਼ਟਰ ਦਾ ਨੁਕਸਾਨ ਹੋਊਗਾ। ਭਾਰਤ ਸਰਕਾਰ ਦੇ ਜਿਹੜੇ HRD ਮਿਨਿਸਟਰੀ ਦੇ ਜਿਹੜੇ ਵਿੰਗ ਆ, ਇੰਡੀਅਨ ਕਾਉਂਸਲ ਫॉर ਸੋਸ਼ਲ ਸਾਇੰਸ ਐਂਡ ਰਿਸਰਚ, ਉਹਨਾਂ ਨੇ ਕ੍ਰਿਡ ਜਿਹਨੂੰ ਕਹਿ ਸਕਦੇ ਕਿ ਸੈਂਟਰ ਫॉर ਰਿਸਰਚ ਐਂਡ ਰੂਰਲ ਇਨ ਡਿਵੈਲਪਮੈਂਟ, ਜਿਹੜਾ ਕ੍ਰਿਡ ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਇੱਕ ਸਟੱਡੀ ਕੀਤੀ ਆ। ਸਟੱਡੀ ਦੇ ਵਿੱਚ ਕੀ ਕੁਝ ਨਿਕਲ ਕੇ ਆਏ ਨੇ, ਕੀ ਸਿੱਟੇ ਨੇ, ਕੀ ਪ੍ਰਭਾਵ ਨੇ, ਕਿੰਨਾ ਨਸ਼ਾ ਵਿਕਦਾ ਹੈਗਾ, ਉਹ ਨਸ਼ੇ ਦੇ ਪਿੱਛੇ ਕੌਣ ਨੇ, ਕਿੰਨੇ ਜਿਹੜੇ ਪਰਿਵਾਰ ਨੇ ਉਹ ਤਬਾਹ ਹੋਏ ਨੇ ਆਰਥਿਕ ਪੱਖੋਂ, ਸਮਾਜਿਕ ਪੱਖੋਂ। ਅਤੇ ਇਹ ਜਿਹੜੀ ਸਟੱਡੀ ਕੀਤੀ ਹੈ ਇਹ ਡਾਕਟਰ ਰਣਜੀਤ ਸਿੰਘ ਘੁੰਮਣ ਦੀ ਅਗਵਾਈ ਵਿੱਚ ਕੀਤੀ ਗਈ ਆ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਸਟੱਡੀ ਕੀਤੀ ਇਹਦੇ ਮਾਇਨੇ ਕੀ ਨੇ, ਪ੍ਰਭਾਵ ਕੀ ਨਿਕਲੇ ਨੇ, ਅਤੇ ਸਰਕਾਰ ਨੂੰ ਕੀ ਸਿਫਾਰਸ਼ਾਂ ਕੀਤੀਆਂ ਗਈਆਂ ਕਿ ਇਹ ਜਿਹੜੀ ਬਿਮਾਰੀ ਆ ਜਿਹੜੀ ਪੰਜਾਬ ਦੀ ਜਵਾਨੀ ਨੂੰ ਖਾ ਰਹੀ ਆ ਉਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਇਹ ਜਿਹੜਾ ਸਟੱਡੀ ਜਿਹੜੀ ਕੀਤੀ ਹੈਗੀ ਹੈ ਇਹ ਸਿਰਫ ਮੇਨ ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ, ਜਾਂ ਜਿਸ ਤਰ੍ਹਾਂ ਨਾਲ ਜਿਹੜੇ ਗਵਾਂਢੀ ਸੂਬੇ ਨੇ, ਚਾਹੇ ਉਹ ਜੰਮੂ ਕਸ਼ਮੀਰ ਆ, ਚਾਹੇ ਹਿਮਾਚਲ ਆ, ਚਾਹੇ ਹਰਿਆਣਾ, ਚਾਹੇ ਰਾਜਸਥਾਨ ਆ? ਇਸ ਤੋਂ ਪਹਿਲਾਂ ਕਿ ਮੈਂ ਇਹ ਕਹਾਂ ਕਿ ਕਿਹਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਹੈ, ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਦੀ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਵੱਲੋਂ ਸਾਨੂੰ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਨੂੰ ਇੱਕ ਵੱਡਾ ਰਿਸਰਚ ਪ੍ਰੋਗਰਾਮ ਜਿਹੜਾ ਉਹ ਕਮਿਸ਼ਨ ਕੀਤਾ ਗਿਆ ਸੀ। ਫੰਡਿੰਗ ਵੀ ਉਹਨਾਂ ਨੇ ਕੀਤੀ ਹੈ ਔਰ ਇਸ ਲਈ ਅਸੀਂ ਉਹਨਾਂ ਨੂੰ ਐਕਨੋਲਜ ਵੀ ਕਰਦੇ ਹਾਂ। ਦੂਸਰਾ ਜਿਹੜਾ ਹੈ ਕਿ ਤੁਹਾਡਾ ਸਵਾਲ ਕਿ ਪੰਜਾਬ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ, ਆਫ ਕੋਰਸ ਪਹਿਲਾਂ ਪੰਜਾਬ ਨੂੰ ਧਿਆਨ 'ਚ ਰੱਖਿਆ ਗਿਆ ਸੀ ਕਿਉਂਕਿ ਪੰਜਾਬ ਜਿਹੜਾ ਕਿਸੇ ਵੇਲੇ ਬਿਨਾਂ ਵਜ੍ਹਾ ਬਹੁਤ ਬਦਨਾਮ ਹੋ ਗਿਆ ਸੀ ਅੰਕੜਿਆਂ ਦੇ ਮਿਸਕੋਟ ਕਰਨ ਨਾਲ। ਅੱਜ ਤੋਂ ਕੋਈ 10 ਸਾਲ ਪਹਿਲਾਂ ਇੱਕ ਮੀਡੀਆ 'ਚ ਖਬਰ ਛਪੀ ਕਿ 70% ਪੰਜਾਬ ਦਾ ਯੂਥ ਜਿਹੜਾ ਉਹ ਡਰੱਗੀ ਹੈ। ਸਾਨੂੰ ਇਹ ਫਿਕਰ ਪਿਆ ਕਿ ਯਾਰ ਨਹੀਂ, ਇੰਨਾ ਨਹੀਂ ਹੋ ਸਕਦਾ, ਆਪਾਂ ਨੂੰ ਇਹਦੇ ਬਾਰੇ ਹੋਰ ਘੋਖ ਕਰਨ ਦੀ ਲੋੜ ਹੈ। ਔਰ ਨਾਲ ਫਿਰ ਉੜਤਾ ਪੰਜਾਬ ਬਣ ਗਈ, ਫਿਰ ਕਈ ਕੁਛ ਹੋਰ ਇੱਦਾਂ ਦੀਆਂ ਅਫਵਾਹਾਂ ਉੱਡ ਗਈਆਂ, ਅਤੇ ਸਾਨੂੰ ਲੱਗਿਆ ਕਿ ਇਹਦੇ ਬਾਰੇ ਸਟੱਡੀ ਕਰਨ ਦੀ ਲੋੜ ਹੈ। ਔਰ ਸਾਡਾ ਜਿਹੜਾ ਪਹਿਲਾ ਸਵਾਲ ਰਿਸਰਚ ਕੁਐਸਚਨ ਇਹ ਸੀ ਕਿ ਕੀ ਸੱਚਮੁੱਚ ਹੀ 70% ਪੰਜਾਬ ਦਾ ਯੂਥ ਡਰੱਗੀ ਹੈ ਕਿ ਨਹੀਂ ਹੈ। ਸਾਨੂੰ ਲੱਗਿਆ ਕਿ ਇਹ ਅੰਕੜੇ ਗਲਤ ਸਨ। ਅਸਲ 'ਚ ਜਿਹੜੇ ਡਰੱਗੀ ਨੇ ਪੰਜਾਬ 'ਚ ਉਹਨਾਂ ਵਿੱਚੋਂ 70% ਯੂਥ ਹੈ। ਪੰਜਾਬ ਦਾ 70% ਯੂਥ ਡਰੱਗੀ ਨਹੀਂ ਹੈ। ਜਿਹੜੇ ਆਦੀ ਨੇ ਉਹਨਾਂ ਵਿੱਚੋਂ 70% ਜਿਹੜੇ ਆ ਉਹ ਯੂਥ ਹੈ। 70 ਜਾਂ 72 ਉਹ ਸਾਡੀ ਸਟੱਡੀ 'ਚ ਵੀ ਆਇਆ ਹੈਗਾ। ਸੋ ਮੈਨੂੰ ਲੱਗਦਾ ਇੱਕ ਤਾਂ ਇਹ ਅੰਕੜੇ ਦੀ ਸੋਧ ਕਰਨ ਦੀ ਲੋੜ ਹੈ। ਦੂਜਾ ਜਿਹੜਾ ਹੈ ਕਿ ਪੰਜਾਬ ਦੇ ਨਾਲ ਜਦੋਂ ਅਸੀਂ ਸਟੱਡੀ ਕਰਨ ਦਾ ਪਹਿਲਾਂ ਅੱਜ ਤੋਂ 3-4 ਸਾਲ ਪਹਿਲਾਂ ਸੋਚਿਆ, ਇਹ ਸਾਨੂੰ 2 ਸਾਲ ਤੋਂ ਵੀ ਜ਼ਿਆਦਾ ਸਟੱਡੀ ਕਰਨੇ ਲੱਗੇ ਨੇ, ਤਾਂ ਸਾਨੂੰ ਲੱਗਿਆ ਕਿ ਯਾਰ ਪੰਜਾਬ ਦੇ ਵਿੱਚ ਕੁਛ ਦਵਾਈਆਂ ਤਾਂ ਚਲੋ ਇੱਥੋਂ ਸਪਲਾਈ ਹੁੰਦੀਆਂ ਹੋਣਗੀਆਂ, ਕੁਛ ਬਾਰਡਰੋਂ ਪਾਰ ਵੀ ਆਉਂਦੀਆਂ ਹੋਣਗੀਆਂ ਪਾਕਿਸਤਾਨ ਤੋਂ, ਕੁਛ ਗੁਆਂਢੀ ਰਾਜਾਂ ਤੋਂ ਵੀ ਆਉਂਦੀਆਂ ਹੋਣਗੀਆਂ, ਅਤੇ ਪੰਜਾਬ ਵੀ ਆਦਾਨ ਪ੍ਰਦਾਨ ਕਰਦਾ ਹੋਏਗਾ। ਜਿਵੇਂ ਰਾਜਸਥਾਨ 'ਚ ਜਿਹੜੀ ਹੈ ਅਫੀਮ ਦੀ ਖੇਤੀ ਜਿਹੜੀ ਅਲਾਊਡ ਹੈ, MP 'ਚ ਅਫੀਮ ਦੀ ਖੇਤੀ ਅਲਾਊਡ ਹੈ। ਸੋ ਇਹ ਇੱਕ 2 ਫੈਕਟਰ ਨੇ, ਇੱਕ ਤਾਂ ਅੰਦਰੂਨੀ ਫੈਕਟਰ ਨੇ ਜਿਹੜਾ ਰਾਜਸਥਾਨ ਵਾਲਾ ਵੀ ਜਾਂ ਬਾਰਡਰ ਵਾਲਾ, ਦੂਸਰਾ ਜਿਹੜਾ ਐਕਸਟਰਨਲ ਫੈਕਟਰ ਹੈ ਜਿਹੜਾ ਪਾਕਿਸਤਾਨ ਵਾਲਾ, ਜਿਹੜਾ ਇੱਕ ਟਰਾਇੰਗਲ ਹੈ, ਪਾਕਿਸਤਾਨ ਹੈ ਜਿਹਦੇ ਵਿੱਚ ਮਿਆਂਮਾਰ ਹੈ ਉਹ ਅਤੇ ਅਫਗਾਨਿਸਤਾਨ ਹੈ। ਇਹ 3 ਕੰਟਰੀਜ਼ ਤੋਂ ਪੰਜਾਬ ਨੂੰ ਜਿਹੜੀ ਸਪਲਾਈ ਆਉਂਦੀ ਹੈ ਡਰੱਗਸ, ਖਾਸ ਕਰਕੇ ਜਿਹੜੀ ਹਾਰਡ ਕੋਰ ਹੈ, ਜਿਵੇਂ ਓਪੀਅਡ ਬੇਸਡ ਹੈ, ਜਿਵੇਂ ਜਿਹਨੂੰ ਕਹਿੰਦੇ ਹੈਰੋਇਨ ਵਗੈਰਾ ਕਹਿੰਦੇ ਨੇ, ਇਹ ਸਾਰਾ ਕੋਕੇਨ, ਹੈਰੋਇਨ। ਸੋ ਉਹ ਜਦੋਂ ਆਉਂਦੀ ਹੈ ਤਾਂ ਪਿੱਛੇ ਇੱਕ ਬੜੀ ਵੱਡੀ ਜਿਹੜੀ ਫੜੀ ਵੀ ਗਈ ਹੈ 530 ਕਿਲੋਗ੍ਰਾਮ ਸਾਲ ਪਹਿਲਾਂ। ਸੋ ਉਹ ਉਸ ਤੋਂ ਪਰ ਉਦੋਂ ਤੱਕ ਸਾਡੀ ਸਟੱਡੀ ਕਾਫੀ ਹੋ ਚੁੱਕੀ ਹੈ। ਸਾਡਾ ਜਿਹੜਾ ਮੁੱਖ ਮੰਤਵ ਸੀ ਇਹ ਸਟੱਡੀ ਕਰਨ ਦਾ, ਮੇਰੇ ਨਾਲ ਮੇਰੇ ਦੋ ਸਹਿਯੋਗੀ ਡਾਕਟਰ ਜਤਿੰਦਰ ਸਿੰਘ ਇਕਨੋਮਿਕਸ ਦੇ ਇਕੋਨੋਮਿਸਟ ਨੇ, ਔਰ ਡਾਕਟਰ ਗੁਰਿੰਦਰ ਕੌਰ ਸੋਸ਼ਲ ਐਂਥਰੋਪੋਲੋਜਿਸਟ ਹੈ ਲੜਕੀ, ਅਸੀਂ ਤਿੰਨਾਂ ਨੇ ਮਿਲ ਕੇ ਕੀਤੀ ਹੈ। ਅਤੇ ਸਾਡਾ ਜਿਹੜਾ ਮੁੱਖ ਮਕਸਦ ਇਹ ਨਹੀਂ ਸੀਗਾ ਕਿ ਜਿਹੜਾ ਜਿਵੇਂ ਏਮਸ ਨੇ ਜਾਂ PGI ਨੇ ਸਟੱਡੀ ਕੀਤੀ ਹੈ ਕਿ ਕਿੰਨੇ ਡਰੱਗੀ ਨੇ। ਸਾਡਾ ਮਕਸਦ ਇਹ ਸੀ ਕਿ ਪਹਿਲੀ ਗੱਲ ਤਾਂ ਡਰੱਗ ਕਿਹਨੂੰ ਕਹਿਣਾ, ਅਸੀਂ NDPS ਐਕਟ 'ਚ ਜਿਹੜੇ ਡਰੱਗ ਆਏ ਨੇ ਡਰੱਗਸ ਉਹ ਲਈਆਂ ਨੇ, ਅਸੀਂ ਅਲਕੋਹਲ ਇਹਦੇ ਵਿੱਚ ਨਹੀਂ ਸ਼ਾਮਿਲ ਕੀਤੀ। ਦੂਜਾ ਸਾਡਾ ਮੁੱਖ ਮੰਤਵ ਇਹ ਸੀ ਕਿ ਕਿਹੜੇ ਉਹ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸੱਭਿਆਚਾਰਕ ਕਾਰਨ ਨੇ
ਜਿਨ੍ਹਾਂ ਕਰਕੇ ਜਿਹੜਾ ਸਾਡਾ ਜਿਹੜਾ ਯੂਥ ਹੈ ਜਾਂ ਹੋਰ ਲੋਕ ਹੈ ਉਹ ਡਰੱਗਸ ਲੈਂਦੇ ਨੇ। ਸੋ ਇਹ ਅਸੀਂ ਸਾਰੇ ਇਸ ਸਟੱਡੀ 'ਚ ਘੋਖਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਆਫ ਕੋਰਸ ਉਹਨਾਂ ਦਾ ਕਿ ਮਤਲਬ ਉਹਨਾਂ ਦੀ ਸਪਲਾਈ ਲਾਈਨ ਕਿੱਥੋਂ ਹੈ, ਉਹ ਡਿਮਾਂਡ ਕਿੱਥੋਂ ਆ ਰਹੀ ਹੈ, ਕੌਣ ਹੈ, ਇਹ ਸਾਰਾ ਕੁਝ ਅਸੀਂ ਉਹਦੇ ਵਿੱਚ ਸਟੱਡੀ। ਜਿਹੜਾ ਖਾਸ ਕਰਕੇ ਅਗਰ ਪੰਜਾਬ ਦੀ ਗੱਲ ਕੀਤੀ ਤੇ ਜ਼ਿਆਦਾ ਫੋਕਸ ਪਿੰਡੂ ਤਬਕਾ ਰਿਹਾ ਹੈਗਾ ਕਿ ਸ਼ਹਿਰ ਦੇ ਲੋਕਾਂ ਨੂੰ ਵੀ ਕਵਰ ਕੀਤਾ, ਜਿੱਥੇ ਉੱਥੇ ਜਿਹੜੇ ਲੋਕ ਡਰੱਗਸ ਲੈਂਦੇ ਨੇ? ਦੇਖੋ ਸਾਡੀ ਜਿਹੜੀ ਸਟੱਡੀ 'ਚ ਆਇਆ ਜਿਹੜਾ ਸਾਡਾ 2706 ਰਿਸਪੋਂਡੈਂਟਸ ਦਾ ਜਿਹੜਾ ਸੈਂਪਲ ਹੈ, ਬਹੁਤ ਵੱਡਾ ਸੈਂਪਲ ਹੈ, ਜਿਹਦੇ ਵਿੱਚ ਅਸੀਂ 5 ਸਟੇਟਾਂ ਪੰਜਾਬ, ਹਰਿਆਣਾ, ਹਿਮਾਚਲ, JNK, ਰਾਜਸਥਾਨ ਸਟੱਡੀ ਕੀਤੀਆਂ ਨੇ। ਪੰਜਾਬ ਦੇ ਅਸੀਂ 8 ਜ਼ਿਲ੍ਹੇ ਸਟੱਡੀ ਕੀਤੇ ਹੈ ਤੇ ਨਾਲ ਲੱਗਦੀਆਂ ਜਿਹੜੀਆਂ ਸਟੇਟਾਂ ਨੇ 2-2 ਜ਼ਿਲ੍ਹੇ ਸਟੱਡੀ, ਔਰ ਟੋਟਲ ਜਿਹੜਾ 2706 ਸਾਡੇ ਰਿਸਪੋਂਡੈਂਟਸ ਹਨ, ਜਿਹਦੇ ਵਿੱਚ ਉਹ ਜਿਹੜੇ ਰੀਹੈਬਲੀਟੇਸ਼ਨ ਸੈਂਟਰਾਂ ਦੇ ਵਿੱਚ ਇਲਾਜ ਲੈ ਰਹੇ ਸੀ ਜਾਂ ਜਿਹੜੇ ਫਾਲੋਅਪ ਸੈਂਟਰਾਂ 'ਚ ਕਰ ਰਹੇ ਸੀ, ਇੰਨੇ ਹੀ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਸੈਂਪਲ ਹੈ। ਹਿਡਨ ਡਰੱਗ ਐਡਿਕਟਸ ਜਿਹੜੇ ਕਿ ਬੜੇ ਔਖੇ ਹੁੰਦੇ ਲੱਭਣੇ, ਕਿ ਪਤਾ ਹੀ ਨਹੀਂ ਕਿ ਕੋਈ ਲੈ ਰਿਹਾ ਪਰ ਉਹ ਕਿਤੇ ਰਜਿਸਟਰਡ ਨਹੀਂ ਹੈ, ਨਾ ਉਹ ਇਲਾਜ ਲੈ ਰਿਹਾ, ਨਾ ਹੋ ਰਿਹਾ, ਸੋ ਸਾਨੂੰ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਅਸੀਂ ਉਹ ਵੀ ਸਨੋਬਾਲ ਸੈਂਪਲਿੰਗ ਰਾਹੀਂ ਪਤਾ ਕਰਕੇ ਇੱਧਰੋਂ ਉਹ ਵੀ ਸਟੱਡੀ ਕੀਤੇ। ਔਰ ਇਸ ਤੋਂ ਇਲਾਵਾ ਜਿਹੜੇ ਆ ਅਸੀਂ ਕੋਈ 83 ਜਿਹੜੀਆਂ FGD ਕੀਤੀਆਂ ਅਤੇ 46 ਅਸੀਂ ਜਿਹੜਾ ਉਹ ਕੇਸ ਸਟੱਡੀਜ਼ ਕੀਤੀਆਂ। ਉਹਨਾਂ ਦੇ ਬੇਸਿਸ 'ਤੇ ਜੋ ਸਾਡੇ ਸਾਹਮਣੇ ਆਇਆ, ਤੁਹਾਡਾ ਸਵਾਲ ਸੀ ਕਿ ਪਿੰਡ ਦੇ ਲੋਕ ਜ਼ਿਆਦਾ ਕਰਦੇ ਆ ਕਿ ਸ਼ਹਿਰੀ ਲੋਕ ਜ਼ਿਆਦਾ ਕਰਦੇ ਆ, ਜੇ ਤਾਂ ਰੈਸ਼ਨਲਾਈਜ਼ ਪਾਪੂਲੇਸ਼ਨ ਨਾ ਕਰੀਏ ਤਾਂ ਉਹ ਬਰਾਬਰ ਹੀ ਨੇ। ਕਿਉਂਕਿ ਪਿੰਡ ਦੀ ਜਿਹੜੀ ਆਬਾਦੀ ਆ ਉਹ ਪੰਜਾਬ 'ਚ 62-63% ਹੈ ਅਤੇ ਸ਼ਹਿਰ ਦੀ ਜਿਹੜੀ ਆ ਉਹ 37% ਹੈ। ਸੋ ਜਿਹੜਾ ਪਿੰਡ ਵਾਲੇ ਆ ਉਹਨਾਂ ਦਾ ਪ੍ਰਪੋਰਸ਼ਨ ਆਉਂਦਾ ਸਾਡੇ ਕੋਲ 54%, ਬਾਕੀ 46% ਸ਼ਹਿਰ 'ਚ ਕਰਦੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਤਕਰੀਬਨ ਬਰਾਬਰ ਜਿਹੀ ਹੈ, ਕੋਈ ਖਾਸ ਉਹਨਾਂ 'ਚੋਂ ਫਰਕ ਨਹੀਂ ਹੈ। ਪਿੰਡ ਅਤੇ ਸ਼ਹਿਰ ਦੇ ਵਿੱਚ ਫਰਕ ਜਿਹੜਾ ਉਹ ਨਹੀਂ ਹੈ। ਪਰ ਇੱਕ ਸਰ ਲੋਕ ਮਹਿਸੂਸ ਕਰਦੇ ਕਿ ਨੇ ਲੋਕਾਂ ਦੇ ਲਾਜ਼ਮੀ ਤੌਰ 'ਤੇ ਪਹਿਲਾ ਸਵਾਲ ਵੀ ਹੋਊਗਾ ਤੁਹਾਡੀ ਟੀਮ ਦਾ ਕਿ ਇਹ ਨਸ਼ਾ ਕਿੱਥੋਂ ਮਿਲਦਾ? ਜੇ ਨਸ਼ਾ ਮਿਲਦਾ ਹੈਗਾ ਤਾਂ ਕੀ ਪੁਲਿਸ ਨੂੰ ਨਹੀਂ ਪਤਾ ਲੱਗਦਾ ਹੈਗਾ? ਜੇ ਪੁਲਿਸ ਨੂੰ ਪਤਾ ਹੈ ਕਿ ਕਿਤੇ ਜੇ ਕੋਈ ਬੰਦੇ ਫੜੇ ਜਾਂਦੇ ਨੇ ਤਸਕਰ, ਕਿਤੇ ਪੋਲੀਟੀਸ਼ੀਅਨ ਤਾਂ ਨਹੀਂ ਛਡਾ ਦਿੰਦੇ ਹੈਗੇ ਜੀ? ਦੇਖੋ ਇਸ ਕਿਸਮ ਦਾ ਸਿੱਧਾ ਸਵਾਲ ਅਸੀਂ ਤਾਂ ਨਹੀਂ ਪੁੱਛਿਆ ਕਿ ਪੋਲੀਟੀਸ਼ੀਅਨ ਛਡਾਉਂਦੇ ਆ ਕਿ ਨਹੀਂ ਛਡਾਉਂਦੇ, ਜਾਂ ਨਹੀਂ ਇਹ ਵੀ ਪੁੱਛਿਆ ਕਿ ਸਪਲਾਈ ਕਿੱਥੋਂ ਆਉਂਦੀ ਹੈ। ਉਹ ਕਹਿੰਦੇ ਕਿ 70% ਜਿਹੜੀ ਸਪਲਾਈ ਹੈ ਉਹ ਜਿਹੜੇ ਪੈਡਲਰ ਕਰਦੇ ਨੇ। ਜਦੋਂ ਅਸੀਂ ਇਹ ਸਵਾਲ ਪੁੱਛਿਆ, ਬਹੁਤ ਵੱਡਾ ਸਾਡਾ ਰਿਸਰਚ ਪ੍ਰੋਗਰਾਮ ਸੀ ਕਿ ਭਾਈ ਉਹ ਪੈਡਲਰਸ ਨੂੰ ਕੌਣ ਕਰਦਾ, ਤਾਂ ਉਹ ਕਹਿੰਦੇ ਕਿ ਹਿਡਨ ਹੈ। ਨਾਲ ਜਿਹੜਾ ਲੋਕਾਂ ਦਾ ਪਰਸੈਪਸ਼ਨ ਅਸੀਂ ਇੰਨੇ ਲੋਕਾਂ 2700 ਲੋਕਾਂ ਦਾ ਪਰਸੈਪਸ਼ਨ ਜਿਹੜਾ ਅਸੀਂ ਦੇਖਿਆ, ਉਹਦੇ ਵਿੱਚੋਂ ਇੱਕ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਸੀ ਕਿ ਇਹ ਨੈਕਸਸ ਹੈ, ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਪੈਸਾ ਇਨਵੋਲਵਡ ਹੈ, ਕਿਉਂਕਿ ਬੜੇ ਕੁਇਕ ਮਨੀ ਬਣਦਾ ਹੈ ਅਤੇ ਪੈਸਾ ਇਨਵੋਲਵ ਹੋਣ ਕਰਕੇ ਪੁਲਿਸ, ਪੋਲੀਟੀਸ਼ੀਅਨ ਅਤੇ ਸਮਗਲਰ 'ਚ ਨੈਕਸਸ ਆ। ਫਿਰ ਅਸੀਂ ਉਹਨੂੰ ਪੁੱਛਿਆ ਕਿ ਸਾਰੇ ਪੁਲਿਸ ਅਫਸਰ ਇਹਦੇ 'ਚ ਇਨਵੋਲਵ ਨੇ ਜਾਂ ਸਾਰੀ ਪੁਲਿਸ ਜਾਂ ਪੋਲੀਟੀਸ਼ੀਅਨ, ਤਾਂ ਉਹ ਜਵਾਬ ਸੀ ਕਿ ਨਹੀਂ, ਕੁਝ ਸਾਰੀਆਂ ਪਾਰਟੀਆਂ ਦੇ ਕੁਝ ਕੁ ਪੋਲੀਟੀਕਲ ਲੀਡਰ ਇਹਦੇ ਵਿੱਚ ਇਨਵੋਲਵ ਨੇ। ਪੁਲਿਸ ਅਫਸਰ ਸਾਰੇ ਇਨਵੋਲਵ ਨਹੀਂ ਹੈ, ਪਰ ਕਿਤੇ ਕਿਤੇ ਪੁਲਿਸ ਅਫਸਰ ਇਨਵੋਲਵ ਨੇ ਅਤੇ ਉਹਨਾਂ ਦੀ ਮਿਲੇ ਭੁਗਤ ਨਾਲ ਸਮਗਲਰ ਹੋ ਰਹੀ ਹੈ। ਔਰ ਜਿਹੜਾ ਇਹ ਉਹਨਾਂ ਨੂੰ ਅੱਗੇ ਨਸ਼ਾ ਜਿਹੜਾ ਇਹ ਮੈਨੂੰ ਲੱਗਦਾ ਕਿ ਇੱਕ ਲੋਕ ਕਹਿੰਦੇ ਨੇ ਕਿ ਡਿਮਾਂਡ ਸਾਈਡ ਮੈਨੇਜ ਕਰਨ ਦੀ ਲੋੜ ਹੈ। ਇਹ ਸਪਲਾਈ ਸਾਈਡ ਤੋਂ ਲੋਕਾਂ ਨੂੰ ਜਿਹੜੇ ਗਿਲੇਬਲ ਹੁੰਦੇ ਆ ਕਿ ਬੜੀ ਆਸਾਨੀ ਨਾਲ ਜਿਹਨਾਂ ਨੂੰ ਨਸ਼ਾ ਉਹਨਾਂ 'ਤੇ ਫੋਕਸ ਕਰਕੇ ਉਹਨਾਂ ਨੂੰ ਨਸ਼ਾ ਲਾਉਂਦੇ ਆ। ਸੋ ਉਹਦੇ ਵਿੱਚ ਜਿਹੜੇ ਸਕੂਲ, ਖਾਸ ਕਰਕੇ ਸਕੂਲਾਂ ਦੇ ਆਲੇ ਦੁਆਲੇ, ਜਾਂ ਸਾਡੀ ਸਟੱਡੀ ਵਿੱਚ ਵੀ ਆਇਆ ਕਿ 10% ਜਿਹੜੇ ਉਹ 14 ਸਾਲ ਤੋਂ ਵੀ ਘੱਟ ਦੇ ਲਾਗੇ। ਜਿਹੜੇ ਸਕੂਲ ਦੇ ਲਾਗੇ ਜਿਹੜੇ ਤਸਕਰ ਜਾਂ ਸਮਗਲਰ ਘੁੰਮਦੇ ਕਿ ਉਹਨਾਂ ਦਾ ਫੋਕਸ ਉਹ ਛੋਟੇ ਬੱਚੇ ਨੇ। ਹਾਂ, ਕਿਉਂਕਿ ਉਹ ਜਲਦੀ ਇਸ ਪਾਸੇ ਆ ਜਾਂਦੇ, ਕਿਉਂਕਿ ਸਾਡੀ ਜਿਹੜਾ ਸਭ ਤੋਂ ਵੱਡਾ ਕਾਰਨ ਆਇਆ ਕਿ ਕਿਉਂ ਇਹ ਲੈਂਦੇ ਨੇ, ਤਾਂ ਪੀਰ ਪ੍ਰੈਸ਼ਰ ਸਭ ਤੋਂ ਵੱਡਾ ਸੀਗਾ ਕਿ ਜਿਹੜੇ ਪੀਰ ਪ੍ਰੈਸ਼ਰ ਕੰਪਨੀ ਹੈ ਉਸ ਦਾ ਬੜਾ ਅਸਰ ਜਿਹੜਾ ਹੁੰਦਾ ਹੈ। ਅਤੇ ਇਸ ਕਰਕੇ ਜਿਹੜਾ ਹੁਣ ਮੈਂ ਤੁਹਾਨੂੰ ਇੱਕ ਅੰਕੜਾ ਇਹ ਦੱਸਦਾ ਕਿ 65% ਜਿਹੜੇ ਸਾਡੇ ਸੈਂਪਲ ਸੀਗੇ ਉਹ 15 ਤੋਂ 20 ਸਾਲ ਦੀ ਏਜ ਸੀ ਅਤੇ 18% 21 ਤੋਂ 35 ਸਾਲ ਵਾਲੀ ਏਜ ਸੀ। ਸੋ ਇਹ ਕੁੱਲ ਮਿਲਾ ਕੇ 93% ਬਣ ਜਾਂਦੇ ਨੇ, ਕਿ ਇਹਦਾ ਮਤਲਬ ਹੈ ਕਿ 10 ਸਾਲ ਤੋਂ ਲੈ ਕੇ 35 ਸਾਲ ਦੇ ਜਿਹੜੇ ਮਤਲਬ 93% ਜਿੰਨੇ ਨਸ਼ੇ ਨੇ ਨਸ਼ੇੜੀ ਨੇ ਪੰਜਾਬ 'ਚ, ਉਹਨਾਂ 'ਚੋਂ 93% ਇਸ ਗਰੁੱਪ 'ਚ ਹੈ। ਇਹਦਾ ਮਤਲਬ ਕਿ ਤੁਹਾਡਾ ਯੂਥ ਜਿਹੜਾ ਹੈ ਉਹ ਇਸ ਨੂੰ ਬਹੁਤ ਇਸ ਤੋਂ ਪ੍ਰਭਾਵਿਤ ਹੋ ਰਿਹਾ ਔਰ ਨਸ਼ੇ ਜਿਹੜਾ ਉਹ ਕਰ ਰਿਹਾ। ਮਤਲਬ 10 ਸਾਲ ਤੋਂ ਲੈ ਕੇ ਜਦੋਂ 35 ਸਾਲ ਦੀ ਉਮਰ ਤੱਕ ਲਾਜ਼ਮੀ ਤੌਰ 'ਤੇ ਇਹਨਾਂ 'ਚੋਂ ਮਿਲਦਾ ਤੇ ਸਕੂਲ ਵਾਲੇ ਬੱਚੇ ਕੱਢ ਦਿਓ ਜਿਹੜੇ 25 ਤੋਂ 35 ਸਾਲ 90% ਬੇਰੁਜ਼ਗਾਰ ਹੋਣਗੇ ਜੀ। ਵਜ੍ਹਾ ਕਿ ਉਹ ਪੈਸੇ ਕਿੱਥੋਂ ਲੈਂਦੇ ਨੇ ਜਾਂ ਕਿੰਨਾ ਕਿ ਉਹ ਖਰਚ ਕਰ ਦਿੰਦੇ ਇੱਕ ਦਿਨ ਦੇ ਵਿੱਚ ਜੀ?
ਖਰਚ ਜਿਹੜਾ ਉਹ ਕਰਦੇ ਨੇ, ਸਾਡਾ ਜਿਹੜਾ ਸਟੱਡੀ ਹੈ ਕਿ 200 ਰੁਪਏ ਤੋਂ 2000 ਰੁਪਏ ਤੱਕ ਪਰ ਡੇ ਜਿਹੜਾ ਉਹਨਾਂ ਦਾ ਦਵਾਈਆਂ ਦਾ ਖਰਚਾ ਹੈ। ਜੇ ਉਹ ਰੀਹੈਬਿਲਿਟੇਸ਼ਨ ਸੈਂਟਰ 'ਚ ਨੇ ਤਾਂ ਉਹਦਾ ਖਰਚਾ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਹੈ। ਉਹ ਅਸੀਂ ਵਰਕਆਊਟ ਕੀਤਾ ਹੈ ਕਿ ਕੋਈ 40% ਇਹੋ ਜਿਹੇ ਨੇ ਜਿਨ੍ਹਾਂ ਨੂੰ 5000 ਤੋਂ 30000 ਰੁਪਏ ਦਾ ਟਰੀਟਮੈਂਟ ਉਹਨਾਂ ਦਾ ਹੋਇਆ, ਅਤੇ ਕੁਛ 25% ਇਹੋ ਜਿਹੇ ਨੇ ਜਿਨ੍ਹਾਂ ਦੇ ਟਰੀਟਮੈਂਟ 'ਤੇ 30000 ਤੋਂ 1 ਲੱਖ ਤੱਕ ਹੋਇਆ। ਤੁਹਾਡਾ ਸਵਾਲ ਹੈ ਕਿ ਪੈਸੇ ਕਿੱਥੋਂ ਲੈਂਦੇ ਨੇ? ਜਿਹੜੇ ਤਾਂ ਟਰੀਟਮੈਂਟ ਵਗੈਰਾ 'ਤੇ ਪੈਸੇ ਰੀਹੈਬਿਲਿਟੇਸ਼ਨ 'ਚ ਲੱਗਦੇ ਨੇ, ਉਹ ਤਾਂ ਜ਼ਿਆਦਾਤਰ ਫੈਮਿਲੀ ਤੋਂ ਹੀ ਖਰਚਾ ਉਹਨਾਂ ਫੈਮਿਲੀ ਦੇ ਰਹੀ ਹੈ। ਉਹ ਟਰੀਟਮੈਂਟ ਜਿਹੜਾ ਉਹ ਗਵਰਨਮੈਂਟ ਸੈਂਟਰਾਂ 'ਚ ਵੀ ਹੈ, ਪ੍ਰਾਈਵੇਟ ਸੈਂਟਰਾਂ 'ਚ ਵੀ ਹੈ। ਗਵਰਨਮੈਂਟ ਸੈਂਟਰ ਆਲਮੋਸਟ ਫ੍ਰੀ ਨੇ, ਪ੍ਰਾਈਵੇਟ ਸੈਂਟਰਾਂ 'ਚ ਉਹ ਚੰਗੇ ਪੈਸੇ ਲੈਂਦੇ ਨੇ ਔਰ ਕਈ ਵਾਰੀ ਲੋੜ ਤੋਂ ਵੱਧ ਵੀ ਪੈਸੇ ਲੈਂਦੇ ਨੇ ਔਰ ਜ਼ਿਆਦਾ ਦੇਰ ਰੱਖਦੇ ਨੇ। ਖਾਂਦੇ ਨੇ ਬੱਚੇ ਉਹ ਕਿੱਥੋਂ ਲੈ ਕੇ ਆਉਂਦੇ? ਮੇਰੇ ਕਹਿੰਦਾ ਮਤਲਬ ਕਿ ਬਹੁਤੇ ਮੋਸਟਲੀ ਇਹਨਾਂ 'ਚ ਬੇਰੁਜ਼ਗਾਰ ਬੱਚੇ ਨੇ। ਜੇ ਸਕੂਲ ਵਾਲਾ ਸੈਕਸ਼ਨ ਆਪਾਂ ਬਾਹਰ ਕੱਢ ਦਈਏ, ਉਹ ਡੇਲੀ ਦਾ 2000 ਰੁਪਏ ਕਿੱਥੋਂ ਖਰਚਦੇ? ਲੁੱਟ ਖੋਹ ਜਾਂ ਉਹ ਹੋਰ ਵੀ ਕਿਤੇ ਗਲਤ ਐਕਟੀਵਿਟੀ 'ਚ ਪੈ ਗਏ ਨੇ? ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 21 ਤੋਂ 25 ਸਾਲ ਵਾਲੇ ਬੱਚੇ ਨੇ, ਇਹ ਆਲਮੋਸਟ ਤੁਹਾਡੀ ਗੱਲ ਠੀਕ ਹੈ ਕਿ ਕੋਈ ਅਰਨਿੰਗ ਤਾਂ ਹੁੰਦੇ ਨਹੀਂ, ਨਾ ਵੀ ਬੇਰੁਜ਼ਗਾਰ ਹੋਣ, ਕੁਛ ਨਾ ਕੁਛ ਜੇ ਪੜ੍ਹਦੇ ਵੀ ਹੋਣ ਜਾਂ ਹੋਰ ਹੈ, ਬੇਰੁਜ਼ਗਾਰ ਤਾਂ ਹੁੰਦੇ ਹੀ ਆ ਕਿਉਂਕਿ ਰੁਜ਼ਗਾਰ ਨਹੀਂ ਹੁੰਦੇ ਬਹੁਤੇ। ਸੋ ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 70-75% ਪੈਡਲਰ ਨੇ। ਫਰਜ਼ ਕਰੋ ਕਿਸੇ ਨੂੰ ਪਹਿਲਾਂ ਤੁਸੀਂ ਨਸ਼ੇ ਤੇ ਲਾ ਲਿਆ, ਉਹ ਨਸ਼ੇ ਤੇ ਲੱਗਣ ਨਾਲ ਉਹਨੂੰ ਕਿਹਾ ਕਿ ਤੂੰ ਆ ਪੁੜੀ ਵੀ ਦੇ ਆ ਅਤੇ ਆਪਣੀ ਡੋਜ਼ ਇਹ 'ਚੋਂ ਰੱਖ ਲਈ। ਸੋ ਇਹਦੇ ਵਿੱਚ ਜਿਹੜਾ ਉਹ ਆਪਣੀ ਡੋਜ਼ ਉਹਨਾਂ ਨੂੰ ਪੈਡਲਰ ਦੇ ਰੂਪ 'ਚ ਮਿਲ ਜਾਂਦੀ ਹੈ, ਕਿਉਂਕਿ ਜਿਹੜਾ ਬਹੁਤ ਹਰ ਕਿਸਮ ਦੇ ਇਹਦੇ ਵਿੱਚ ਅਮੀਰ ਵੀ ਨਸ਼ੇੜੀ ਨੇ, ਗਰੀਬ ਵੀ ਨਸ਼ੇੜੀ ਨੇ, ਅਤੇ ਜਿਹੜੇ ਗਰੀਬ ਨੇ ਉਹ ਜ਼ਿਆਦਾਤਰ ਪੈਡਲਰ। ਔਰ ਸਾਡਾ ਇਹ ਵੀ ਆਇਆ ਕਿ ਥੈਫਟ ਵੀ ਹੋ ਰਹੀ ਹੈ, ਘਰ 'ਚੋਂ ਚੋਰੀ ਹੋ ਰਹੀ ਹੈ, ਲੁੱਟ ਖੋਹ ਵੀ ਹੋ ਰਹੀ ਹੈ, ਇੱਧਰੋਂ ਉੱਧਰੋਂ ਵੀ ਪੈਸਾ ਜਿਹੜਾ। ਔਰ ਈਵਨ ਕਈ ਐਕਸਟ੍ਰੀਮ ਕੇਸਿਸ ਤਾਂ ਫੈਮਿਲੀਜ਼ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ, ਕੁੱਟਮਾਰ ਮਾਂ ਪਿਓ ਨੂੰ ਕੀਤੀ ਜਾਂਦੀ ਜਾਂ ਈਵਨ ਮਾਰਨ ਤੱਕ ਵੀ ਜਿਹੜਾ ਉਹ ਨੌਬਤ ਗਈ। ਮੋਸਟਲੀ ਜਿਹੜਾ ਇਹ ਜਿਹੜੀ ਸਟੱਡੀ ਦੇ ਵਿੱਚ ਕਿ ਬੱਚੇ ਕਿਸ ਰਿਲੀਜਨ ਨੂੰ ਜਾਂ ਕਿਸ ਕਾਸਟ ਨੂੰ ਬਿਲੋਂਗ ਕਰਦੇ, ਜਾਂ ਕਿੰਨੇ ਕੀ ਅਮੀਰ ਨੇ ਜਾਂ ਕਿੰਨੇ ਕੀ ਗਰੀਬ ਜਾਂ ਮਿਡਲ ਕਲਾਸ ਵਾਲੇ ਬੱਚੇ ਹੈਗੇ ਨੇ, ਕਿ ਜਿੱਥੇ ਜ਼ਿਆਦਾ ਪੈਸਾ, ਮੰਨ ਲਓ ਜੇ ਕੋਈ ਚੰਗੇ ਸਰਦੇਪੁਰ ਦੇ ਘਰ ਦਾ ਬੱਚਾ ਹੈਗਾ, ਉਹ ਤੇ ਕਿਉਂਕਿ ਸਾਰਿਆਂ ਦੀ ਇਕਲੌਤੀ ਔਲਾਦ ਹੈਗੀ ਹੈ, ਕਿਤੇ ਉਹ ਵੀ ਪ੍ਰੇਮ ਪਿਆਰ ਦੇ ਵਿੱਚ ਮਾਪਿਆਂ ਕੋਲ ਠੱਗ ਕੇ ਪੈਸੇ ਲੈ ਜਾਂਦੇ ਨੇ। ਇਹ ਜ਼ਿਆਦਾ ਪ੍ਰਭਾਵ ਕੀ ਹੈਗਾ? ਜਾਂ ਪੰਜਾਬ ਕਿਉਂਕਿ ਜੱਟਾਂ ਦਾ ਕਰਕੇ ਵੀ, ਕਿ ਜਾਂ ਉਹ ਜੱਟਾਂ ਦੇ ਮੁੰਡੇ ਨੇ ਜਾਂ ਦਲਿਤਾਂ ਦੇ ਬੱਚੇ ਜ਼ਿਆਦਾ ਕੰਮ ਕਰ ਰਹੇ ਨੇ? ਇਸ ਸਵਾਲ ਦਾ ਜਿਹੜਾ ਸਾਡੇ ਕੋਲ ਜਵਾਬ ਆਇਆ ਉਹ ਇਹ ਹੈ ਕਿ ਤਕਰੀਬਨ ਜਿਹੜੇ ਸਾਡੇ ਕੋਲ ਕਹਿ ਲਓ ਕਿ 65% ਜਿਹੜੇ ਅਡਿਕਟ ਸਨ ਉਹ ਜਨਰਲ ਕੈਟੇਗਰੀ ਦੇ ਸਨ, ਬਾਕੀ ਦੇ ਦੂਸਰੇ। ਪਰ ਇਹ ਅੰਕੜੇ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ SC ਪਾਪੂਲੇਸ਼ਨ ਹੈ ਉਹ ਵੀ 33% ਹੈ। ਸੋ ਇਹ ਜਨਰਲ ਤੇ SC ਨੂੰ ਆਪਾਂ ਬਹੁਤ ਜ਼ਿਆਦਾ ਨਿਖੇੜ ਕੇ ਨਹੀਂ ਕਹਿ ਸਕਦੇ। ਪਰ ਜਿੱਥੋਂ ਤੱਕ ਤੁਸੀਂ ਇਨਕਮ ਦਾ ਗੱਲ ਕੀਤੀ ਹੈ, ਉਹਦੇ ਵਿੱਚ ਅਮੀਰ ਵੀ ਨੇ, ਗਰੀਬ ਵੀ ਨੇ, ਔਰ ਸਾਡੇ ਕੋਲ 70% ਦੇ ਕਰੀਬ ਇਹੋ ਜਿਹੇ ਫੈਮਿਲੀ 'ਚੋਂ ਬੱਚੇ ਨੇ ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਤੋਂ ਥੱਲੇ ਵਾਲੀ ਹੈ। ਔਰ ਜਿਹੜੇ ਐਗਰੀਕਲਚਰ ਵਾਲੇ ਨੇ ਉਹ ਕੋਈ ਮਤਲਬ ਕਹਿ ਲਓ ਕਿ 67% ਹੈ, ਔਰ ਉਹਨਾਂ ਵਿੱਚੋਂ ਜਿਹੜੇ ਅੱਧੇ ਨੇ ਉਹ 5 ਏਕੜ ਤੋਂ ਘੱਟ ਵਾਲੇ। ਸੋ ਇਟ ਮੀਨਸ ਕਿ ਇਨਕਮ ਘੱਟ ਹੋਣ ਨਾਲ ਵੀ ਉਹਦਾ ਇੱਕ ਕੋਰਿਲੇਸ਼ਨ ਜਿਹੜਾ ਬਣਦਾ, ਅਨਐਮਪਲਾਇਡ ਹੋਣ ਦਾ ਵੀ ਕੋਰਿਲੇਸ਼ਨ ਬਣਦਾ ਹੈਗਾ। ਔਰ ਬਾਕੀ ਦੇ 25% ਜਿਹੜੇ ਸਾਡੇ ਕੋਲ ਹਾਊਸ ਹੋਲਡ ਸਨ ਉਹ 5 ਤੋਂ 10 ਲੱਖ ਸਾਲਾਨਾ ਆਮਦਨ ਵਾਲੇ ਸੀ। ਸੋ ਹੈ ਕਿ ਫੈਮਿਲੀ ਨੇ ਜਾਂ ਹੋਰ ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਹਿਡਨ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਾਂ ਜਿਹੜੇ ਨਸ਼ੇੜੀ ਦੇ ਨਾਲ ਤੁਸੀਂ ਗੱਲਬਾਤ ਕੀਤੀ, ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਕੁੜੀਆਂ ਦਾ ਸੈਂਟਰ ਵੀ ਬਣ ਚੁੱਕਾ, ਲੜਕੀਆਂ ਦੇ ਵੀ ਪਿੰਡ ਲੈਵਲ 'ਤੇ ਜਾਂ ਸ਼ਹਿਰੀ ਲੈਵਲ 'ਤੇ ਵੀ ਲੜਕੀਆਂ ਵੀ ਇੱਦਾਂ ਦਾ ਕਿ ਉਹ ਵੀ ਨਸ਼ਾ ਕਰ ਰਹੀਆਂ ਨੇ, ਖੁੱਲ੍ਹ ਕੇ ਕਰ ਰਹੀਆਂ ਨੇ? ਦੇਖੋ, ਜਦੋਂ ਸਾਡੇ ਜਿਹੜੇ ਹਾਰਡ ਡੇਟਾ 'ਚ ਜਿਹੜੀਆਂ ਤਾਂ ਸਾਡੇ ਕੋਲ ਰੀਹੈਬਿਲਿਟੇਸ਼ਨ ਸੈਂਟਰਾਂ ਦੇ ਵਿੱਚ ਬੱਚੇ ਰਜਿਸਟਰਡ ਨੇ ਹੋਏ ਨੇ ਡਰੱਗੀ, ਜਾਂ ਜਿਹੜੇ ਮਤਲਬ ਫੋਲੋਅਪ ਐਕਸ਼ਨ ਲੈ ਰਹੇ ਨੇ ਜਾਂ ਹਿਡਨ ਨੇ, ਉਹਨਾਂ 'ਚ ਸਾਨੂੰ ਐਸ ਸੱਚ ਲੜਕੀਆਂ ਸਾਹਮਣੇ ਨਜ਼ਰ ਨਹੀਂ ਆ ਰਹੀਆਂ, ਕਿਉਂਕਿ ਉਹ ਅਸੀਂ ਕਾਰਨ ਕੋਖਿਆ ਕਿ ਇੱਕ ਸੋਸ਼ਲ ਸਟਿਗਮਾ ਹੈ, ਜਿਸ ਕਰਕੇ ਬਹੁਤ ਸਾਰੇ ਪੇਰੈਂਟਸ ਜਾਂ ਬੱਚੇ ਉਹ ਸੋਸ਼ਲ ਸਟਿਗਮਾ ਦੇ ਐਂਗਲ ਤੋਂ ਲੜਕੀਆਂ ਨੂੰ ਉਸ ਤਰ੍ਹਾਂ ਸਾਹਮਣੇ। ਪਰ ਹਿਡਨ ਰੂਪ 'ਚ ਲੋਕ ਇਹ ਕਹਿ ਰਹੇ ਸੀ ਕਿ ਲੜਕੀਆਂ ਵੀ ਡਰੱਗਸ ਲੈਂਦੀਆਂ ਨੇ। ਔਰ ਸਾਨੂੰ ਬਾਅਦ 'ਚ ਜਦੋਂ ਸਾਡੀ ਸਟੱਡੀ ਕੰਪਲੀਟ ਹੋਣ 'ਤੇ ਸੀ ਸਾਨੂੰ ਪਤਾ ਲੱਗਿਆ ਕਿ ਕਪੂਰਥਲੇ ਇੱਕ ਸਪੈਸ਼ਲੀ ਫੀਮੇਲਸ
ਰੀਹੈਬਲੀਟੇਸ਼ਨ ਸੈਂਟਰ ਵੀ ਖੋਲ੍ਹਿਆ ਗਿਆ ਔਰ ਇਹਦੇ ਤਰਨਤਾਰਨ ਵੀ ਹੈ। ਤਰਨਤਾਰਨ ਤੇ ਹੌਟਸਪੌਟ ਆ ਵੈਸੇ ਵੀ ਹਰ ਐਂਗਲ ਤੋਂ, ਨਸ਼ੇ ਦੇ ਐਂਗਲ ਤੋਂ। ਸੋ ਇਹ ਲੜਕੀਆਂ ਵੀ ਹੈਗੀਆਂ, ਪਰ ਸਾਡੇ ਸੈਂਪਲ 'ਚ ਉਹ 2% ਹੀ ਆਈਆਂ। ਪਰ ਹੁਣ ਜਦੋਂ COVID-19 ਤੋਂ ਬਾਅਦ ਆਪਾਂ ਦੇਖਿਆ ਤੇ ਉਹਦੇ ਵਿੱਚ ਦਵਾਈ ਜਿਹੜੀ ਬੂਫਰ ਨੋਰਮਨ ਜਾਂ OST ਸਬਸਟੀਟਿਊਟ ਥੈਰੇਪੀ ਵਿੱਚ ਆਉਂਦੇ ਨੇ ਬੱਚੇ, ਤਾਂ ਉਹਦੇ ਵਿੱਚ ਲੜਕੀਆਂ ਵੀ ਆ ਰਹੀਆਂ ਨੇ। ਸੋ ਇਟ ਮੀਨਸ ਕਿ ਲੜਕੀਆਂ ਵੀ ਡਰੱਗਸ ਜਿਹੜੀਆਂ ਉਹ ਲੈ ਰਹੀਆਂ ਨੇ, ਪਰ ਅਜੇ ਓਪਨਲੀ ਉਹ ਸਾਹਮਣੇ ਜਿਹੜੀਆਂ ਉਹ ਨਹੀਂ ਆ ਰਹੀਆਂ। ਸਵਾਲ ਹੈ ਕਿ ਪੇਰੈਂਟਸ ਦੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੋਗੀ, ਲਾਜ਼ਮੀ ਤੌਰ ਤੋਂ ਦਾ ਜਿਹੜੇ ਦੋਸ਼ ਹੋਣੇ ਕਿ ਪੁਲਿਸ 'ਤੇ ਹੋਣਗੇ, ਪੁਲਿਸ ਕਾਰਵਾਈ ਨਹੀਂ ਕਰਦੀ ਹੈਗੀ, ਪੋਲੀਟੀਸ਼ੀਅਨ ਬਹੁਤ ਮਿਲੀ ਭੁਗਤਣ ਨੈਕਸਸ ਹੈਗੇ ਨੇ, ਉੱਥੇ ਲੋਕਾਂ ਦਾ ਕੀ ਹੈਗਾ ਕਿ ਹੱਲ ਕੀ ਹੈਗਾ ਨਿਕਲ ਸਕਦਾ ਹੈ, ਕਿਵੇਂ ਕੰਟਰੋਲ ਕੀਤਾ ਜਾ ਸਕਦਾ? ਇੱਕ ਗੱਲ ਉਸ ਤੋਂ ਪਹਿਲਾਂ ਮੈਂ ਇਹ ਕਹਿਣੀ ਚਾਹਾਂਗਾ ਕਿ ਮੈਨੂੰ ਇੱਕ ਜਦੋਂ ਸਟੱਡੀ ਸ਼ੁਰੂ ਕੀਤੀ ਤਾਂ ਮੀਡੀਆ 'ਚ ਇਹਦੀ ਰਿਪੋਰਟਿੰਗ ਹੋਈ ਕਿ ਸਟੱਡੀ ਇੱਦਾਂ ਦੀ ਕੋਈ ਹੋ ਰਹੀ ਹੈ, ਤਾਂ ਇੱਕ ਪੰਜਾਬ ਦੇ ਇੱਕ ਡਿਸਟ੍ਰਿਕਟ ਹੈੱਡਕੁਆਟਰ ਤੋਂ ਮੈਨੂੰ ਇੱਕ ਲੈਟਰ ਆਇਆ ਕਿ ਤੁਸੀਂ ਇਹ ਡਾਕਟਰ ਸਾਹਿਬ ਇਸ ਸ਼ਹਿਰ ਦੇ ਵਿੱਚ 50 ਡਰੱਗ ਸਪਲਾਇਰ ਨੇ, ਉਹਨਾਂ ਦੇ ਆਹ ਫੋਨ ਨੰਬਰ ਨੇ, ਆਹ ਨਾਂ ਨੇ, ਅਤੇ 3 ਵਿੱਚ ਕਾਉਂਸਲਰ ਨੇ। ਸੋ ਇਹਦਾ ਮਤਲਬ ਹੈ ਕਿ ਪੋਲੀਟੀਸ਼ੀਅਨ ਦੀ ਸਿਲੈਕਟਡ ਰੂਪ 'ਚ ਪੈਟਰਨਾਈਜੇਸ਼ਨ ਤਾਂ ਹੈਗੀ ਹੈ। ਜਿਹੜਾ ਉਹ ਹੱਲ ਕਹਿੰਦੇ ਨੇ, ਦੇਖੋ ਹੱਲ ਜਿਹੜਾ ਇਹ 2 ਲੈਵਲ 'ਤੇ ਉਹ ਕਹਿੰਦੇ ਨੇ, ਜਾਂ ਜੋ ਸਾਡੀ ਸਟੱਡੀ ਤੋਂ ਜੋ ਸਾਨੂੰ ਲੱਗ ਰਿਹਾ ਫਾਈਂਡਿੰਗਸ ਵਿੱਚ ਦਿੱਤੀਆਂ, ਕਿ ਇੱਕ ਤਾਂ ਜਿਹੜਾ ਸਪਲਾਈ ਚੇਨ ਹੈ ਉਹਨੂੰ ਤੋੜਨੀ ਚਾਹੀਦੀ ਹੈ, ਭਾਵੇਂ ਉਹ ਸਪਲਾਈ ਬਾਰਡਰ ਤੋਂ ਦੂਜੇ ਪਾਸਿਓਂ ਆ ਰਹੀ ਹੈ, ਭਾਵੇਂ ਇੱਥੇ ਬਣ ਰਹੀ ਹੈ। ਜਿਵੇਂ ਅੰਮ੍ਰਿਤਸਰ ਇੱਕ ਪੁਲਿਸ ਨੇ ਫੜਿਆ ਸੀ, ਜਦੋਂ STF ਬਣੀ, ਪੰਜਾਬ ਨੇ ਸਖਤੀ ਕੀਤੀ ਤਾਂ ਕਾਫੀ ਸਪਲਾਈ ਲਾਈਨ ਘਟੀ ਵੀ ਹੈ ਔਰ ਦਵਾਈਆਂ ਮਹਿੰਗੀਆਂ ਵੀ ਹੋਈਆਂ ਨੇ। ਇਹ ਜਦੋਂ STF ਜਦੋਂ ਬਣਿਆ, ਉਹ ਉਸ ਐਂਗਲ ਤੋਂ ਪੰਜਾਬ ਜਿਹੜਾ ਇਹ ਇੱਕ ਲੈਵਲ 'ਤੇ ਕੋਸ਼ਿਸ਼ ਕਰ ਰਿਹਾ ਸਪਲਾਈ ਚੇਨ ਤੋੜਨ ਲਈ, ਪਰ ਸਪਲਾਈ ਚੇਨ ਜਿਹੜੀ ਹੈ ਉਹ ਟੁੱਟ ਨਹੀਂ ਰਹੀ ਇਫੈਕਟਿਵ ਰੂਪ 'ਚ। ਅਤੇ ਲੋਕ ਇਹ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਇਹ ਨੈਕਸਸ ਨਹੀਂ ਤੋੜਿਆ ਜਾਂਦਾ, ਸਪਲਾਈ ਚੇਨ ਨਹੀਂ ਦੂਜਾ ਇੱਕ ਡਿਮਾਂਡ। ਦੇਖੋ ਇਕਨੋਮਿਕਸ ਦਾ ਇੱਕ ਫੰਡਾਮੈਂਟਲ ਲਾ ਹੈ ਕਿ ਜੇ ਡਿਮਾਂਡ ਹੋਏਗੀ ਤਾਂ ਉਹਦੀ ਸਪਲਾਈ ਪਹਿਲਾਂ ਨਹੀਂ ਵੀ ਤਾਂ ਸਪਲਾਈ ਸ਼ੁਰੂ ਹੋ ਜਾਏਗੀ। ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਕੰਜ਼ਿਊਮਰ ਕਿੰਗ ਹੈ, ਅਤੇ ਇਹਦੇ ਵਿੱਚ ਕਿਉਂਕਿ ਪੈਸਾ ਇਨਵੋਲਡ ਹੈ, ਸੋ ਡਿਮਾਂਡ ਸਾਈਡ ਵੀ ਇਕੁਅਲੀ ਇੰਪੋਰਟੈਂਟ ਹੈ। ਸੋ ਇਹ 2 ਲੈਵਲ 'ਤੇ ਕੰਮ ਹੋ ਰਿਹਾ। ਇੱਕ ਤਾਂ ਡਿਮਾਂਡ ਕ੍ਰੀਏਟ ਕਰਵਾਈ ਜਾ ਰਹੀ ਹੈ, ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਦਵਾਈ 'ਤੇ ਲਾਉਣਾ, ਫਿਰ ਉਹਨਾਂ ਨੂੰ ਇਸ ਤਰ੍ਹਾਂ ਕਰਨਾ, ਫਿਰ ਉਹ ਆਪ ਮੰਗਣ ਲੱਗ ਜਾਂਦੇ ਨੇ, ਉਹ ਡਿਮਾਂਡ ਜਨਰੇਟ ਹੋ ਰਹੀ ਹੈ। ਅਤੇ ਇੱਕ ਵਾਰੀ ਉਹ ਡਿਮਾਂਡ ਜਨਰੇਟ ਹੋ ਗਈ ਅਤੇ ਪੀਅਰ ਪ੍ਰੈਸ਼ਰ 'ਚ ਆ ਕੇ ਫਿਰ ਉਹ ਡਿਮਾਂਡ ਮਲਟੀਪਲਾਈ ਹੁੰਦੀ ਹੈ। ਸੋ ਡਿਮਾਂਡ ਸਾਈਡ ਵੀ ਸਾਨੂੰ ਮੈਨੇਜਮੈਂਟ ਕਰਨੀ ਪਏਗੀ। ਡਿਮਾਂਡ ਸਾਈਡ ਮੈਨੇਜਮੈਂਟ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਵੀ ਇਹਨਾਂ ਨੇ, ਪੰਜਾਬ ਨੇ, STF ਨੇ ਰਲ ਕੇ ਇੱਕ ਪ੍ਰੋਗਰਾਮ ਬਣਾਇਆ ਸੀ, ਜਿਵੇਂ ਵੱਡੀ ਪ੍ਰੋਗਰਾਮ ਹੈ ਜਾਂ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ। ਉਹ ਉਸ ਕਿਸਮ ਦੀ ਅਵੇਅਰਨੈਸ ਜਿਹੜੀ ਹੈ ਉਹ ਬੜੀ ਲਾਜ਼ਮੀ ਆ ਔਰ ਉਹਨੂੰ ਬਹੁਤ ਸ਼ਿੱਦਤ ਨਾਲ ਕਰਨ ਦੀ ਲੋੜ ਹੈ, ਜਿਹਦੇ ਵਿੱਚ ਸਿਵਲ ਸੁਸਾਇਟੀ ਇਨਵੋਲਡ ਹੋਏ, ਜਿਹਦੇ ਵਿੱਚ ਇੰਟੈਲੈਕਚੁਅਲਸ ਇਨਵੋਲਡ ਹੋਣ, ਜਿਹਦੇ ਵਿੱਚ ਉਹ ਲੋਕ ਇਨਵੋਲਡ ਹੋਣ ਜਿਨ੍ਹਾਂ ਦਾ ਸਮਾਜ 'ਚ ਰੁਤਬਾ ਹੈ ਔਰ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ, ਔਰ ਪੀਅਰ ਗਰੁੱਪ, ਔਰ ਉਹਨਾਂ ਨੂੰ ਜਿਹੜੀ ਅਵੇਅਰਨੈਸ ਹੈ ਅਤੇ ਮੋਟੀਵੇਸ਼ਨ, ਡੀਮੋਟੀਵੇਸ਼ਨ ਨਸ਼ਿਆਂ ਤੋਂ ਦੂਰ ਲਿਜਾਣ ਦੀ ਉਹ ਹੈ। ਅਤੇ ਨਾਲ ਯੂਥ ਵਾਸਤੇ ਕੋਈ ਆਈਕਨਸ ਜਿਹੜੇ ਨੇ ਉਹ ਕ੍ਰੀਏਟ ਕਰਨ ਦੀ ਲੋੜ ਹੈ, ਤਾਂ ਕਿ ਡਿਮਾਂਡ ਸਾਈਡ ਘਟੇ ਔਰ ਉਹਨਾਂ ਨੂੰ ਰੁਜ਼ਗਾਰ ਵੀ ਕਰਨ ਦੀ ਲੋੜ ਹੈ। ਉਹਨਾਂ ਨੂੰ ਕੋਈ ਇੱਕ ਸਾਹਮਣੇ ਸੁਪਨਾ ਦਿਖਾਉਣ ਦੀ ਵੀ ਲੋੜ ਹੈ ਕਿ ਇਹ ਜੇ ਡਿਸਇਨਚਾਂਟਮੈਂਟ ਸਿਸਟਮ 'ਚ ਹੋਏਗੀ ਤਾਂ ਉਹ ਜਿੰਨਾ ਮਰਜ਼ੀ ਤੁਸੀਂ ਵੇਅਰ ਕਰ ਲਓ, ਉਹ ਇਸ ਤੋਂ ਘਟਣਗੇ ਨਹੀਂ। ਸੋ ਇੱਕ ਤਾਂ ਡਿਮਾਂਡ ਸਾਈਡ ਤੋਂ, ਦੂਜਾ ਸਪਲਾਈ ਸਾਈਡ ਤੋਂ ਇਹ ਹੈ, ਜਿਵੇਂ ਪੰਜਾਬ ਇੱਕ ਲੈਵਲ 'ਤੇ ਕੋਸ਼ਿਸ਼ ਕਰ ਰਿਹਾ ਹੈ, ਪਰ ਜਿਵੇਂ ਜੇਲ੍ਹਾਂ ਵਿੱਚ ਵੀ ਮੈਡੀਸਿਨ ਸਪਲਾਈ ਹੋ ਰਹੀ ਹੈ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਲੂਪਸ ਨੇ, ਲੂਪ ਹੋਲਸ ਨੇ, ਲੀਕਨਸ ਨੇ, ਜਿੱਥੋਂ ਦਵਾਈਆਂ ਜਿਹੜੀਆਂ ਉਹ ਸਪਲਾਈ ਹੋਈ ਜਾ ਰਹੀਆਂ ਇੰਨੇ ਸਖਤ ਕੰਟਰੋਲ ਦੇ ਬਾਵਜੂਦ ਵੀ। ਸੋ ਇਟ ਮੀਨਸ ਕਿ ਅਜੇ ਵੀ ਕਿਤੇ ਆਮ ਇਹ ਲੋਕਾਂ ਵੱਲੋਂ ਕਿਹਾ ਗਿਆ ਕਿ ਜੇ ਮਿਲੀ ਭੁਗਤ ਨਾ ਹੋਵੇ ਤਾਂ ਸਪਲਾਈ ਇਸ ਲੈਵਲ ਤੱਕ ਨਹੀਂ ਹੋ ਸਕਦੀ। ਹਾਂ, ਚੋਰੀ ਛਿਪੇ ਥੋੜ੍ਹਾ ਬਹੁਤਾ ਤਾਂ ਹਮੇਸ਼ਾ ਚੱਲਦਾ ਰਿਹਾ, ਚੱਲੇਗਾ ਵੀ, ਔਰ ਪਰ ਇਸ ਸਪਲਾਈ ਚੇਨ ਨੂੰ ਜਿੰਨਾ ਚਿਰ ਨਹੀਂ ਤੋੜਿਆ ਜਾਂਦਾ ਉਹਨਾਂ ਚਿਰ ਇਹ ਸਪਲਾਈ ਬੰਦ ਨਹੀਂ ਹੋਣੀ। ਅਤੇ ਡਿਮਾਂਡ ਜਿਹੜੀ ਹੈ ਉਹਨੂੰ ਜਨਰੇਟ ਹੋਣ ਤੋਂ, ਔਰ ਉਹਦੇ ਵਾਸਤੇ ਬੈਸਟ ਇਹ ਹੈ ਕਿ ਤੁਸੀਂ 9-10 ਸਾਲਾਂ ਤੋਂ ਬੱਚਿਆਂ 'ਤੇ ਜਿਹੜੀ ਹੈ ਪੇਰੈਂਟਸ, ਸਿਵਲ ਸੁਸਾਇਟੀ, ਟੀਚਰ ਹੋਰ ਅਵੇਅਰ
ਕਰਨ ਉਹਨਾਂ ਨੂੰ ਮੋਨੀਟਰਿੰਗ ਕਰਨ, ਨਿਗਾਹ ਰੱਖਣ, ਔਰ ਉਹਨਾਂ ਦੇ ਜਿਹੜਾ ਵੱਡੀ ਪ੍ਰੋਗਰਾਮ ਹੈ ਕਿ ਇੱਕ ਦੂਜੇ ਤੋਂ ਜਦੋਂ ਇੱਕ ਜਾਣਾ ਲੈਂਦਾ ਤਾਂ ਇਹਨਾਂ ਦਾ ਇਹ ਸਟੱਡੀ ਦਿੱਤੀ ਕਿ ਮਾਪਿਆਂ ਨੇ ਜਿਸ ਤਰ੍ਹਾਂ ਕੋਈ ਸ਼ਰਾਬ NDPS ਐਕਟ ਤਹਿਤ ਨਹੀਂ ਆਉਂਦੀ ਕਿ ਚਲ ਮਾਪੇ ਕਹਿਣ ਕਿ ਸ਼ਰਾਬ ਪੀਣੀ ਸ਼ੁਰੂ ਕਰਦੇ, ਪਰ ਇਹ ਜਿਹੜਾ ਹੈਰੋਇਨ, ਚਿੱਟਾ, ਸਮੈਕ ਆ, ਇਹ ਤੋਂ ਖਹਿੜਾ ਛੁੱਟ ਜਾਏਗਾ ਜੀ, ਜਿਹੜਾ ਰਵਾਇਤੀ ਮਤਲਬ ਫੀਮ ਖਾ ਲਈ, ਭੁੱਕੀ ਖਾ ਲਈ ਜਾਂ ਸ਼ਰਾਬ ਪੀ ਲਈ ਜੀ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਅਸੀਂ ਇਹ ਸਟੱਡੀ ਵੀ ਕੀਤਾ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੋਲੇ ਇਸ ਤੋਂ ਇਹ ਜਿਹੜਾ ਕਿ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਫੈਮਿਲੀ 'ਚ ਕੀ ਕੋਈ ਨਸ਼ਾ ਕਰਦੇ ਸੀ, ਤਾਂ ਉਹਦੇ ਵਿੱਚ ਕੋਈ 60 ਤੋਂ 70% ਇਹ ਆਇਆ ਕਿ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨਸ਼ਾ ਕਰਦੇ ਸੀ, ਜਿਸ ਕਰਕੇ ਉਹਨਾਂ 'ਤੇ ਇਹ ਪ੍ਰਭਾਵ ਪਿਆ ਕਿ ਨਸ਼ੇ ਸ਼ਾਇਦ ਠੀਕ ਹੋਣ। ਅਤੇ ਇਹ ਇੱਕ ਟ੍ਰਾਂਜੀਸ਼ਨ ਹੈ ਕਿ ਤੁਸੀਂ ਪਹਿਲਾਂ ਜਿਹੜੀ ਵਿਸਕੀ ਜਾਂ ਦਾਰੂ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕੀਤੀ, ਉਸ ਤੋਂ ਬਾਅਦ ਹੌਲੀ ਹੌਲੀ ਦੂਜੇ ਨਸ਼ਿਆਂ ਵੱਲ ਮੂਵ ਕਰ ਗਏ। ਔਰ ਸਾਡੀ ਸਟੱਡੀ ਦੇ ਵਿੱਚ ਆਇਆ ਕਿ ਇਹ ਟ੍ਰਾਂਜੀਸ਼ਨ ਜਿਹੜੀ ਹੈ ਹੋਈ ਹੈ, ਔਰ ਜਿਹੜੇ ਓਪੀਆਈਡ ਬੇਸ ਤੋਂ ਬਾਅਦ ਸਿੰਥੈਟਿਕ ਨਸ਼ਿਆਂ ਵੱਲ ਲੋਕ ਜਿਹੜੇ ਆ ਉਹ ਜ਼ਿਆਦਾ ਰੁਝਾਨ ਹੈ, ਕਿਉਂਕਿ ਓਪੀਆਈਡ ਨਸ਼ੇ ਜਿਹੜੇ ਆ ਉਹ ਮਹਿੰਗੇ ਹੋ ਗਏ ਅਤੇ ਸਿੰਥੈਟਿਕ ਜਿਹੜੇ ਆ ਉਹ ਵੀ ਹੋਏ। ਇਹ ਸਟੱਡੀ ਜੀ ਆਏਗਾ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਕਿੰਨੀ ਕਿਉਂਕਿ ਜਿੱਦਾਂ ਸੋਸ਼ਲ ਸਟਿਗਮਾ, ਬੱਚੇ ਨਸ਼ੇ ਨੂੰ ਮਰ ਜੇ, ਉਹ ਨਹੀਂ ਰਿਕਾਰਡ ਦਰਜ ਕਰਵਾਉਂਦੇ ਹੈਗੇ, ਪੁਲਿਸ ਵੀ ਡਰਾ ਦਿੰਦੀ ਹੈਗੀ ਕਿ ਨਸ਼ੇ ਕਰਦਾ ਤੁਹਾਡੇ ਤੋਂ ਉਲਟਾ ਪਰਚਾ ਦਰਜ ਹੋਊਗਾ। ਜਿਹੜੀ ਇੰਨੀ ਕਿ ਮੌਤਾਂ ਨਸ਼ੇ ਦੇ ਨਾਲ ਜਿਸ ਤਰ੍ਹਾਂ ਹੋਈਆਂ, ਇੱਦਾਂ ਦਾ ਕੋਈ ਤੱਥ ਸਾਹਮਣੇ ਆਇਆ ਕਿ ਨੌਜਵਾਨਾਂ ਦੀ ਏਜ ਬਹੁਤ ਘੱਟ ਸੀ, ਓਵਰਡੋਜ਼ ਕਰਕੇ ਮਰ ਗਏ? ਇਹ ਆਏ ਨੇ, ਇਹ ਬਾਅਦ ਵਿੱਚ ਇੱਕ ਲੈਵਲ 'ਤੇ ਸਰਕਾਰ ਨੇ ਵੀ ਮੰਨਿਆ ਕਿ 200-300 ਡੈਥਸ ਜਿਹੜੀਆਂ ਨੇ ਨਵੇਂ ਸ਼ਹਿਰ ਜਾਂ ਹੋਰ ਥਾਵਾਂ 'ਤੇ ਉਹ ਇਹ ਨਸ਼ਿਆਂ ਕਰਕੇ ਹੋਈਆਂ ਨੇ, ਪਰ ਇੱਕ ਰਿਕਾਰਡ ਦੇ ਵਿੱਚ ਘੱਟ ਆ ਰਿਹਾ। ਉਹ ਵੀ ਇੱਕ ਸੋਸ਼ਲ ਸਟਿਗਮਾ ਜਾਂ ਪੁਲਿਸ ਦਾ ਕੇਸ ਬਣਨ ਦਾ ਜਾਂ ਹੋਰ ਹੈ, ਉਹ ਇੱਕ ਸਟਿਗਮਾ ਹੈ ਜਿਹੜਾ ਜਿਸ ਕਰਕੇ ਲੋਕ ਜਿਹੜੇ ਜਿਵੇਂ ਪਹਿਲਾਂ ਫਾਰਮਰ ਸੁਇਸਾਈਡਸ ਵੀ ਲੋਕ ਸੁਇਸਾਈਡ ਨਹੀਂ ਕਹਿੰਦੇ, ਪਰ ਜਦੋਂ ਇਨਸੈਂਟਿਵ ਮਿਲਣ ਲੱਗਿਆ ਤਾਂ ਉਹ ਸੁਇਸਾਈਡ ਰਿਕਾਰਡ ਜਿਹੜੇ ਆ ਉਹ ਹੋਣ ਲੱਗ ਗਏ। ਸੋ ਮੈਨੂੰ ਲੱਗਦਾ ਕਿ ਉਹ ਵੀ ਕਾਫੀ ਵੱਡਾ ਇੱਕ ਫੈਕਟਰ ਹੈ ਕਿ ਜੇ ਨੌਜਵਾਨ ਮਰ ਰਹੇ ਨੇ ਬਿਨਾਂ ਕਿਸੇ ਰੀਜਨ ਦੇ, ਤਾਂ ਨਸ਼ੇ ਜਿਹੜੇ ਹੈ, ਜਿਵੇਂ ਏਮਜ਼ ਵੱਲੋਂ ਆਇਆ ਕਿ 8 ਲੱਖ ਡਰੱਗ ਐਡਿਕਟਸ ਨੇ ਪੰਜਾਬ ਦੇ ਵਿੱਚ, ਜਾਂ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਦੇ DGP ਮਿਸਟਰ ਦਿਨਕਰ ਗੁਪਤਾ ਦਾ ਸਟੇਟਮੈਂਟ ਸੀ ਕਿ 12 ਲੱਖ ਜਿਹੜੇ ਆ ਉਹ ਡਰੱਗ ਐਡਿਕਟਸ ਨੇ। ਐਕਚੁਅਲੀ ਮੈਨੂੰ ਲੱਗਦਾ ਕਿ ਜਿਹੜਾ ਡਰੱਗ ਐਡਿਕਸ਼ਨ ਹੈ ਇਹ ਬੜਾ ਸਖਤ ਸ਼ਬਦ ਹੈ ਕਿ ਐਡਿਕਸ਼ਨ ਹੈ ਕਿ ਤੁਸੀਂ ਉਸ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਅਜੇ ਵੀ ਮੈਨੂੰ ਲੱਗਦਾ ਇਹ ਕੁਝ ਲੋਕ ਹੈਗੇ ਨੇ, ਯੂਥ ਹੈਗੇ, ਜਿਨ੍ਹਾਂ ਨੂੰ ਬਚਾਇਆ ਜਾ ਸਕਦਾ, ਅਤੇ ਉਹ ਹੈ ਕਿ ਉਹਨਾਂ ਨੂੰ ਉਹ ਐਡਿਕਸ਼ਨ ਤੱਕ ਨਾ ਪਹੁੰਚਣ ਦਿੱਤਾ ਜਾਵੇ, ਉਸ ਤੋਂ ਪਹਿਲਾਂ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ, ਰੀਹੈਬਿਲਿਟੇਟ ਕੀਤਾ ਜਾਵੇ। ਕਿਉਂਕਿ ਸਾਡੀ ਸਟੱਡੀ ਦੇ ਵਿੱਚ ਆਇਆ ਕਿ ਕੋਈ 70% ਰਿਲੈਪਸ ਕੇਸ ਨੇ ਕਿ ਰੀਹੈਬਿਲਿਟੇਸ਼ਨ ਹੋ ਗਈ, ਫਾਲੋਅਪ ਵੀ ਠੀਕ ਹੋ ਗਿਆ, ਪਰ ਦੁਬਾਰਾ ਫਿਰ ਨਸ਼ੇ ਬਣ ਗਏ। ਇਹਦਾ ਮਤਲਬ ਕਿ ਦੇਰ ਆਰ ਸਮ ਕੋਈ ਸਮਾਜਿਕ ਆਰਥਿਕ ਬਹੁਤ ਡੂੰਘੇ ਕਾਰਨ ਨੇ, ਜਿਹਦੇ ਵਿੱਚ ਅਨਐਮਪਲੋਇਮੈਂਟ ਵੀ ਹੋ ਸਕਦਾ ਹੈ, ਜਾਂ ਫੈਮਿਲੀ ਬ੍ਰੇਕਡਾਊਨ ਹੈ, ਜਾਂ ਇਸ ਨਿਊਕਲੀਅਰ ਫੈਮਿਲੀ ਜਾਂ ਹੋਰ ਫੈਮਿਲੀ ਸਪੋਰਟ, ਉਹ ਕਾਰਨ ਜਿਹੜੇ ਐਡਰੈਸ ਕਰਨ। ਪੰਜਾਬੀ ਬੇਫੁਕਰੇ ਜੇ ਜਾਂ ਅਸੀਂ ਬੇਪਰਵਾਹ ਜਾਂ ਬੜੇ ਲਾਪਰਵਾਹ, ਉਹ ਵੀ ਨਸ਼ਿਆਂ ਦੀ ਇੱਕ ਹੈ ਜੜ। ਇਹ ਐਟੀਟਿਊਡ ਵੀ ਹੈ, ਕਿਉਂਕਿ ਪੰਜਾਬ ਦਾ ਜਿਹੜਾ ਬੰਦਾ ਹੈ ਯੂਥ, ਉਹ ਸ਼ੋਅ ਆਫ ਕਰਨ ਦਾ। ਅਸੀਂ ਇਹ ਵੀ ਮੀਡੀਆ ਦਾ ਰੋਲ ਵੀ, ਜਾਂ ਜਿਹੜਾ ਤੁਹਾਡੇ ਫੋਕ ਸੌਂਗਸ ਨੇ ਉਹਨਾਂ 'ਚ ਕਿਸ ਤਰ੍ਹਾਂ ਪ੍ਰੋਜੈਕਟ ਕੀਤਾ ਜਾਂਦਾ ਹਥਿਆਰਾਂ ਨੂੰ ਔਰ ਨਸ਼ਿਆਂ ਨੂੰ, ਅਤੇ ਉਹ ਆਈਕਨ ਬਣ ਜਾਂਦੇ ਨੇ। ਸੋ ਕਈ ਤੁਹਾਡੇ ਸਿੰਗਰ ਇਸ 'ਚ ਫਸੇ ਵੀ ਨੇ। ਸੋ ਮੈਨੂੰ ਲੱਗਦਾ ਕਿ ਉਹ ਇੱਕ ਵੱਡਾ ਫੈਕਟਰ ਹੈ ਕਿ ਉਹ ਜਿਵੇਂ ਭਾਈ ਵੀਰ ਸਿੰਘ ਵੀ ਕਹਿ ਰਹੇ ਕਿ ਬੇਪਰਵਾਹ ਜਵਾਨ ਪੰਜਾਬ ਦੇ, ਨਾ ਆਪਣਾ ਭਾਈ ਵੀਰ ਸਿੰਘ ਨਹੀਂ, ਪ੍ਰੋਫੈਸਰ ਕੀ ਨਾਮ ਉਹਦਾ, ਪੂਰਨ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਹੈ ਨਾ, ਕਿ ਬੇਪਰਵਾਹ ਜਵਾਨ ਪੰਜਾਬ ਦੇ, ਮੌਤ ਥੀ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ। ਉਹ ਇੱਕ ਐਟੀਟਿਊਡ ਜਿਹੜਾ ਹਿਸਟੋਰੀਕਲ ਹੈ ਅਤੇ ਸੋਸ਼ਲ ਕਲਚਰਲ ਐਟੀਟਿਊਡ, ਉਹ ਵੀ ਇੱਕ ਫੈਕਟਰ ਹੈ। ਪਰ ਬਹੁਤ ਵਾਰੀ ਜਿਹੜਾ ਡਿਮਾਂਡ ਜਨਰੇਟ ਕਰਕੇ ਲੋਕਾਂ ਨੂੰ ਇਸ ਪਾਸੇ ਲਾਇਆ ਜਾਂਦਾ, ਇੱਕ ਤਾਂ ਉਹ ਹਿੱਸਾ। ਦੂਜਾ ਹੈ ਕਿ ਤੁਹਾਡੇ ਕੋਲ ਆਰਥਿਕ ਸਮਾਜਿਕ ਕਾਰਨ ਪਏ ਹੋਏ ਨੇ। ਤੁਹਾਡੀ ਐਗਰੀਕਲਚਰ ਜਿਹੜੀ ਆ 90s ਤੋਂ ਬਾਅਦ ਬੈਠ ਗਈ, ਤੁਹਾਡੀ ਇੰਡਸਟਰੀ ਜਿਹੜੀ ਆ ਉਹਦਾ ਗਰੋਥ ਰੇਟ ਤੁਹਾਡਾ 92 ਤੋਂ ਔਨਵਰਡ ਔਨ ਰਿਕਾਰਡ ਹੈ ਕਿ ਪੰਜਾਬ ਦਾ ਗਰੋਥ ਰੇਟ ਜਿਹੜਾ ਸਾਰੇ ਹਿੰਦੁਸਤਾਨ ਦੀਆਂ ਜਿਹੜੀਆਂ 15
ਸਪੈਸ਼ਲ ਕੈਟਾਗਰੀ ਸਟੇਟਸ ਨੇ ਉਹਨਾਂ ਤੋਂ ਸਭ ਤੋਂ ਥੱਲੇ ਹੈ, ਔਰ ਹਿੰਦੁਸਤਾਨ ਦੀ ਐਵਰੇਜ ਗਰੋਥ। ਸੋ ਇਹਦਾ ਮਤਲਬ ਤੁਹਾਡੇ ਗਰੋਥ ਰੇਟ ਨਹੀਂ ਹੋ ਰਿਹਾ, ਤੁਹਾਡੀ ਇਕਨੋਮੀ ਉਸ ਲੈਵਲ ਤੇ ਨਹੀਂ ਗਰੋ ਕਰ ਰਹੀ, ਇੰਪਲਾਇਮੈਂਟ ਉਸ ਲੈਵਲ ਤੇ ਗਰੋ ਨਹੀਂ ਕਰ ਰਹੀ। ਖੇਤੀ 'ਚੋਂ ਤੁਹਾਡੇ ਹਰ ਰੋਜ਼ ਜਿਹੜੇ ਹੈ ਖੇਤੀ ਵਰਕਫੋਰਸ ਨੂੰ ਬਾਹਰ ਪੁਸ਼ ਕਰ ਰਹੀ ਹੈ, ਔਰ ਇੰਡਸਟਰੀ ਉਹਨਾਂ ਨੂੰ ਵੈਲਕਮ ਨਹੀਂ ਕਰ ਰਹੀ ਜਾਂ ਹੋਰ। ਤਾਂ ਇਹਦਾ ਮਤਲਬ ਹੈ ਕਿ ਉਹ ਯੂਥ ਜਿਹੜਾ ਵਿਹਲਾ ਹੈ ਜਾਂ ਬਹੁਤ ਘੱਟ ਵੇਜਸ ਤੇ ਇੰਪਲਾਇਡ, ਉਹ ਕੀ ਕਰੇਗਾ? ਸੋ ਇਹ ਪੱਕਾ ਜਿੱਥੇ ਕਿਉਂਕਿ ਹੁਣ ਜਿਹੜਾ ਚਲੋ ਹੁਣ ਤੇ ਕਰੋਨਾ ਕਰਕੇ ਜਿਹੜੀ ਇਮੀਗ੍ਰੇਸ਼ਨ ਦਾ ਕੰਮ ਰੁਕ ਗਿਆ ਹੈਗਾ, ਇਹ ਮਾਪਿਆਂ ਦੇ ਵਿੱਚ ਹੈ ਸੱਚ ਦਾ ਡਰ ਹੈ, ਖੌਫ ਹੈ, ਜੇ ਸਾਨੂੰ ਬਾਹਰ ਜਾਣ ਦੀ ਜ਼ਿਆਦਾ ਲਾਲਸਾ, ਜੇ ਖੌਫ ਆ ਕਿ ਜੀ ਇੱਥੇ ਬੱਚਾ ਨਸ਼ਿਆਂ ਨਾਲ ਰੁੱਲ ਜੂਗਾ, ਬਾਹਰ ਭੇਜ ਦਿੰਦੇ ਹੈਗੇ ਨੇ? ਦੋਵੇਂ ਕਾਰਨ ਨੇ ਐਕਚੁਅਲੀ। ਇਹ ਨਿਖੇੜ ਕੇ ਨਹੀਂ ਕਿਹਾ ਜਾਂਦਾ ਕਿ ਕਿਹਦਾ ਕਾਰਨ ਹੈ। ਦੇयर ਇਜ਼ ਕਾਜ਼ਲ ਰਿਲੇਸ਼ਨਸ਼ਿਪ, ਕਾਜ਼ ਐਂਡ ਇਫੈਕਟ ਹੈ ਕਿ ਤੁਹਾਡਾ ਜਦੋਂ 25-30 ਸਾਲਾਂ ਤੋਂ ਤੁਹਾਡਾ ਇਕਨੋਮਿਕ ਗਰੋਥ ਡੀਸਲਰੇਟ ਹੋ ਰਿਹਾ, ਇੰਪਲਾਇਮੈਂਟ ਜਨਰੇਟ ਨਹੀਂ ਹੋ ਰਹੀ, ਰਾਦਰ ਅਨਇੰਪਲਾਇਮੈਂਟ ਐਡੀਸ਼ਨ ਹੋ ਰਹੀ ਹੈ 20 ਤੋਂ 25 ਲੱਖ ਤੱਕ ਵੀ ਇਸ ਵੇਲੇ ਅਨਇੰਪਲਾਇਮੈਂਟ, ਕਰੋਨਾ ਤੋਂ ਪਹਿਲਾਂ ਵੀ। ਤਾਂ ਉਹ ਪੇਰੈਂਟਸ ਨੂੰ ਲੱਗਦਾ ਹੈ ਕਿ ਇੱਥੇ ਕੋਈ ਚਾਂਸਿਸ ਨਹੀਂ ਹੈ, ਜੇ ਬੱਚਾ ਬਾਹਰ ਜਾਏਗਾ ਪੜ੍ਹੇ ਜਾਂ ਨਾ ਪੜ੍ਹੇ, ਘੱਟੋ ਘੱਟ ਉੱਥੇ ਇਮੀਗ੍ਰੇਸ਼ਨ ਲੈ ਲੇਗਾ, ਕੋਈ ਗ੍ਰੀਨ ਕਾਰਡ, ਕੋਈ PR ਲੈ ਕੇ ਉੱਥੇ ਸੈਟਲ। ਇਹ ਇੱਕ। ਦੂਜਾ ਕਾਰਨ, ਪਹਿਲਾ ਕਾਰਨ ਇਹ ਹੈ ਕਿ ਕਿਉਂਕਿ ਇੱਥੇ ਤੁਹਾਡਾ ਕੋਈ ਫਿਊਚਰ ਉਹਨਾਂ ਨੂੰ ਨਜ਼ਰ ਨਹੀਂ। ਦੂਜਾ ਕਾਰਨ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਸ ਹਾਲ 'ਚ ਉਹਨਾਂ ਦੇ ਬੱਚੇ ਕਿਤੇ ਨਸ਼ਿਆਂ 'ਚ ਹੀ ਨਾ ਫਸ ਜਾਣ। ਇਹ ਵੀ ਕਾਰਨ ਹੈ, ਇਹਨੂੰ ਤੁਸੀਂ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਸੋ ਦੋਨੋਂ ਹੈ। ਸੋ ਕਿਹੜਾ ਵੱਡਾ ਕਾਰਨ ਆ? ਪਰ ਮੈਨੂੰ ਲੱਗਦਾ ਕਿ ਵੱਡਾ ਕਾਰਨ ਜਿਹੜਾ ਉਹ ਇਕਨੋਮਿਕ ਡੀਸਲੇਸ਼ਨ ਹੈ, ਔਰ ਜਿਹੜਾ ਇੰਪਲਾਇਮੈਂਟ ਜਨਰੇਟ ਨਾ ਹੋਣੀ ਇੱਥੇ, ਉਹ ਵੀ ਇੱਕ ਕਾਰਨ ਹੈ ਕਿ ਉਸ ਲੈਵਲ ਤੱਕ ਔਰ ਉਸ ਕਿਸਮ ਦੀ ਇੰਪਲਾਇਮੈਂਟ ਨਾ ਹੋਣੀ ਜਿਸ ਕਿਸਮ ਦੀ ਪੰਜਾਬੀ ਯੂਥ ਦੀ ਐਸਪੀਰੇਸ਼ਨ। ਸਰਕਾਰਾਂ ਕਹਿੰਦੇ ਕਿ ਜੇ 35-40 ਲੱਖ ਬੱਚਾ ਜਿਹੜਾ ਇਸ ਟਾਈਮ ਬੇਰੁਜ਼ਗਾਰ ਤੁਰਿਆ, ਸਾਰਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਵੀ ਨਹੀਂ ਜਾ ਸਕਦੀ। ਨਹੀਂ, ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਸਰਕਾਰੀ ਨੌਕਰੀ ਦਿਓ। ਕੁਝ ਲੋਕਾਂ ਨੂੰ ਤਾਂ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ। ਦੂਜਾ ਜਿਹੜਾ ਕਿ ਸਰਕਾਰੀ ਨੌਕਰੀਆਂ ਠੇਕੇ 'ਤੇ ਭਰਤੀ ਕਰਨੀਆਂ, ਜਾਂ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਜਾਂ ਸਾਰੀਆਂ ਯੂਨੀਵਰਸਿਟੀ, ਕਾਲਜਾਂ, ਹੋਰ ਥਾਵਾਂ ਬੇਸਿਕ ਵੇ 'ਤੇ ਭਰਤੀ ਕਰਨੀਆਂ। ਇਹ ਜਿਹੜਾ ਜਦੋਂ ਤੁਸੀਂ ਇੱਕ ਪੜ੍ਹੇ ਲਿਖੇ ਕੰਪੀਟੈਂਟ ਯੂਥ ਨੂੰ 60-65 ਹਜ਼ਾਰ ਦੀ ਬਜਾਏ 15 ਹਜ਼ਾਰ ਦੀ ਨੌਕਰੀ ਦਿਓਗੇ, ਤਾਂ ਉਹ ਹਰ ਵੇਲੇ ਉਹਦੇ ਮਨ 'ਚ ਹੋਏਗਾ ਕਿ ਕਿਤੇ ਨਾ ਕਿਤੇ ਇੱਥੋਂ ਬਾਹਰ ਜਾਇਆ ਜਾਵੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਇੰਪਲਾਇਮੈਂਟ ਜਨਰੇਟ ਜਿਹੜੀ ਹੈ ਸਰਕਾਰੀ ਸਾਰੀ ਨਹੀਂ ਹੋਣੀ, ਪ੍ਰਾਈਵੇਟ ਸੈਕਟਰ 'ਚ ਹੋਣੀ। ਤੁਹਾਡੇ ਕੋਲੇ 8 ਤੋਂ 10 ਲੱਖ ਮਾਈਗਰੈਂਟ ਵਰਕਰ ਨੇ ਜਿਹੜਾ ਇੰਡਸਟਰੀ 'ਚ ਕੰਮ ਕਰ ਰਿਹਾ। ਅਸੀਂ ਕੁਝ ਸਾਲ ਪਹਿਲਾਂ ਲੁਧਿਆਣੇ ਦੇ ਇੰਡਸਟਰੀਅਲਿਸਟ ਨਾਲ ਗੱਲ ਕੀਤੀ ਕਿ ਜੇ ਸਾਨੂੰ ਪੰਜਾਬੀ ਯੂਥ ਸਕਿੱਲਡ ਮਿਲੇ, ਕੰਮ ਕਰਨਾ ਚਾਹੇ ਤਾਂ ਅਸੀਂ ਦੇ ਸਕਦੇ। ਪਰ ਪੰਜਾਬੀ ਯੂਥ ਇੱਕ ਤਾਂ ਉਹਨਾਂ ਦੀ ਜਿੰਨੀ ਸੈਲਰੀ ਦੇ ਉਸ 'ਤੇ ਕੰਮ ਕਰਨ ਲਈ ਤਿਆਰ ਨਹੀਂ, ਦੂਜਾ ਉਸ ਕਿਸਮ ਦਾ ਕੰਮ ਕਰਨ ਲਈ ਤਿਆਰ ਨਹੀਂ। ਸੋ ਇਹ ਇੱਕ ਗੈਪ ਹੈ। ਘੱਟੋ ਘੱਟ ਤੁਸੀਂ ਜੇ 8-10 ਲੱਖ ਮਾਈਗਰੈਂਟ ਵਰਕਰ ਨੇ ਤਾਂ ਘੱਟੋ ਘੱਟ 5-7 ਲੱਖ ਕੋਈ ਆਪਣੇ ਯੂਥ ਵੀ ਤਾਂ ਇਸ ਕੰਮ ਲਈ ਤਿਆਰ ਕਰ ਸਕਦੇ ਹੋ ਨਾ, ਕਿ ਇੱਕ ਸਕਿੱਲ ਮੈਨੇਜਮੈਂਟ ਨਾਲ, ਜਿਹੜੇ ਇੰਡਸਟਰੀ ਨਾਲ ਰਲ ਕੇ, ਔਰ ਇੱਕ ਇਨਵੈਸਟਮੈਂਟ ਕਲਾਈਮੇਟ ਬਣਾਉਣ ਨਾਲ। ਕਿਉਂਕਿ ਇਨਵੈਸਟਮੈਂਟ ਜਿਹੜਾ ਪ੍ਰਾਈਵੇਟ ਇਨਵੈਸਟਮੈਂਟ ਹੈ ਇਹ ਬਹੁਤ ਕੰਪੀਟੀਟਿਵ ਹੈ, ਹਰ ਸਟੇਟ ਉਹਨਾਂ ਨੂੰ ਖਿੱਚ ਰਹੀ ਹੈ। ਅਤੇ ਤੁਹਾਡੇ ਕੋਲ ਜੇ ਨਹੀਂ ਆ ਰਹੀ ਜਾਂ ਉਨੀ ਨਹੀਂ ਆ ਰਹੀ ਜਿੰਨਾ ਕਿਉਂਕਿ ਇੰਪਲਾਇਮੈਂਟ ਉੱਥੇ ਜਨਰੇਟ ਹੋਣੀ ਹੈ। ਮੈਂ ਨਹੀਂ ਕਹਿੰਦਾ ਕਿ ਸਾਰੀ ਇੰਪਲਾਇਮੈਂਟ ਪ੍ਰਾਈਵੇਟ 'ਚ ਗੌਰਮੈਂਟ 'ਚ ਹੋ ਜਾਏਗੀ ਜਾਂ ਹੋਣੀ ਚਾਹੀਦੀ ਹੈ, ਪਰ ਗੌਰਮੈਂਟ ਸੈਕਟਰ 'ਚ ਵੀ ਜਿਹੜੀ ਇੰਪਲਾਇਮੈਂਟ ਹੈ ਉਹਦੀ ਕੁਆਲਿਟੀ ਡਿਟੀਰੀਓਰੇਟ ਹੋ। ਤੁਹਾਡੀ ਯੂਨੀਵਰਸਿਟੀ, ਕਾਲਜ, ਸਕੂਲ, ਡਾਕਟਰਸ, ਈਵਨ PCS ਅਫਸਰ, ਇਹ ਸਾਰੇ। ਮੇਰਾ ਆਖਰੀ ਸਵਾਲ ਹੈ, ਇਹ ਜਿਹੜੀ ਬਾਕੀ ਸਟੇਟਾਂ ਦੀ ਜਿਹੜੀ ਆਈ ਨੇ, ਮੰਨ ਲਓ ਹਿਮਾਚਲ ਦੀ ਆਈ ਜਾਂ ਹਰਿਆਣਾ ਦੀ ਹੈ, ਸੇਮ ਪ੍ਰੋਬਲਮਸ ਹੈਗੀਆਂ ਨੇ ਕਿ ਜਾਂ ਉੱਥੇ ਨਸ਼ਾ ਪਹਿਲਾਂ, ਜਾਂ ਪੰਜਾਬ ਜ਼ਿਆਦਾ ਨਸ਼ਿਆਂ ਦੇ ਮਸਲੇ 'ਚ ਬਦਨਾਮ ਹੋ ਚੁੱਕਾ? ਉਹ ਜਿਹੜੇ ਉੱਥੇ ਸਟੇਟਾਂ 'ਚ ਵੀ ਨਸ਼ੇ ਹੈਗੇ, ਲੇਕਿਨ ਉੱਥੇ ਦੀਆਂ ਸਰਕਾਰਾਂ ਜਿਹਨੇ ਪੋਲੀਟੀਸ਼ੀਅਨ ਨੇ ਆਪਣੇ ਆਪ ਨੂੰ ਨੰਗਾ ਨਹੀਂ ਕੀਤਾ ਹੈਗਾ। ਜੋ ਸਾਨੂੰ ਆਇਆ ਸਾਡੀ ਸਟੱਡੀ 'ਚੋਂ ਨਿਕਲਿਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਸਾਰੀਆਂ ਸਟੇਟਾਂ 'ਚ ਇਹ ਪ੍ਰੋਬਲਮ ਜਿਹੜੀ ਹੈ, ਹਰਿਆਣੇ 'ਚ ਵੀ ਆਲਮੋਸਟ ਉਹਨੇ ਨਸ਼ੇੜੀ ਨੇ ਜਿੰਨੇ ਪੰਜਾਬ, ਜੇ ਪਾਪੂਲੇਸ਼ਨ ਰੈਸ਼ਨਲਾਈਜ਼ ਕਰੀਏ। ਪਰ ਨਸ਼ਿਆਂ ਦਾ ਜਿਹੜੀ ਟਾਈਪ ਹੈ ਉਹ ਵੱਖਰੀ ਹੈ। ਜਿਵੇਂ ਹਿਮਾਚਲ 'ਚ ਹੈਰੋਇਨ, ਕੋਕੇਨ ਉਸ ਕਿਸਮ ਦੀ ਘੱਟ ਹੈ, ਗਾਂਜਾ ਜਾਂ ਉਹ ਜਿਹੜੇ ਹੋਰ ਜਿਹੜਾ ਕੀ ਕਹਿੰਦੇ ਆ ਪੋਸਟ, ਹਾਂ, ਉਹ ਜ਼ਿਆਦਾ ਹੈ। ਜਾਂ ਰਾਜਸਥਾਨ 'ਚ ਭੁੱਕੀ ਜਾਂ ਉਹ ਜ਼ਿਆਦਾ ਹੈ। ਹਰਿਆਣਾ, ਇੱਥੇ ਪੰਜਾਬ ਦੇ ਵਿੱਚ ਤੁਹਾਡੇ ਗ੍ਰੀਨ ਰੈਵੋਲੂਸ਼ਨ ਨੇ ਨਾਲ ਦੀ ਨਾਲ ਇੱਕ ਨਸ਼ਿਆਂ ਵਾਲਾ ਰੁਝਾਨ ਵੀ ਸ਼ੁਰੂ ਕੀਤਾ। ਜਦੋਂ ਲੋਕਾਂ ਕੋਲ ਪੈਸੇ ਆਏ ਤਾਂ ਹੌਲੀ ਹੌਲੀ ਜਿਹੜੇ ਆ ਮਹਿੰਗੇ ਨਸ਼ੇ ਜਿਹੜੇ ਆ ਉਹ ਵੀ ਇੱਥੇ ਕੰਜ਼ਿਊਮ ਹੋਣੇ ਸ਼ੁਰੂ ਕਰ ਦਿੱਤੇ। ਉੱਥੇ ਉਸ ਕਿਸਮ ਨਾਲ ਪ੍ਰੋਮੀਨੈਂਟ ਨਹੀਂ ਹੋਇਆ
ਜਿਵੇਂ ਪੰਜਾਬ 'ਚ ਹੋ ਗਿਆ ਸੀ। ਜਿੰਨਾ ਪੰਜਾਬ ਬਦਨਾਮ ਹੋਇਆ ਉਹ ਸਟੇਟਾਂ ਬਦਨਾਮ ਨਹੀਂ ਹੋਈਆਂ, ਪਰ ਉੱਥੇ ਵੀ ਨਸ਼ੇ ਜਿਹੜੇ ਆ ਉਹ ਹੈਗੇ ਨੇ। ਉਹ ਵੀ ਆਪਣੇ ਹਿਮਾਚਲ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਹਰਿਆਣੇ 'ਚ ਵੀ ਹੈ, J&K 'ਚ ਵੀ ਹੈ। ਸੋ ਇਹ ਸਾਰੀ ਜਗ੍ਹਾ ਪ੍ਰੋਬਲਮ ਜਿਹੜੀ ਆ ਰਹੀ ਹੈ, ਔਰ ਸਾਡੇ ਕਈ ਯੂਥ ਜਿਹੜਾ ਡਰੱਗੀ ਹੈ ਉਹ ਜਾ ਕੇ ਹਰਿਆਣੇ 'ਚੋਂ ਜਾਂ J&K 'ਚੋਂ ਇਲਾਜ ਕਰ ਰਹੇ ਨੇ, ਇਲਾਜ ਲੈ ਰਹੇ ਨੇ, ਔਰ ਉਹ ਪੰਜਾਬੀਆਂ ਨੇ ਉਹ ਰੀਹੈਬਿਲਿਟੇਸ਼ਨ ਸੈਂਟਰ ਖੋਲ੍ਹੇ ਹੋਏ ਨੇ। ਬਹੁਤ ਥੈਂਕ ਯੂ, ਥੈਂਕ ਯੂ। ਇਸ ਸਟੱਡੀ ਨੇ ਬਹੁਤ ਜ਼ਿਆਦਾ ਖੁਲਾਸੇ ਕੀਤੇ ਨੇ। ਸਰਕਾਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ, ਹਾਲਾਂਕਿ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਕੀਤੇ ਨੇ, ਬਹੁਤ ਵੱਡੀਆਂ ਵੱਡੀਆਂ ਨੀਤੀਆਂ ਬਣਾਈਆਂ ਨੇ, ਪਰ ਸਵਾਲ ਨੀਤੀ ਦਾ। ਔਰ ਜਦ ਤੱਕ ਜਿਹੜਾ ਨੈਕਸਸ ਆ ਪੋਲੀਟੀਸ਼ੀਅਨ ਜਾਂ ਸਮਗਲਰਾਂ ਦਾ ਜਾਂ ਪੁਲਿਸ ਵਾਲਾ, ਅਗਰ ਉਹ ਨਹੀਂ ਟੁੱਟਦਾ, ਉਹਨਾਂ ਦੀ ਚੇਨ ਨਹੀਂ ਟੁੱਟਦੀ, ਤੇ ਫਿਰ ਨਸ਼ਿਆਂ ਦੀ ਚੇਨ ਵੀ ਇਸੇ ਤਰ੍ਹਾਂ ਰਹੇਗੀ ਤੇ ਜਵਾਨੀ ਬਰਬਾਦ ਹੁੰਦੀ ਰਹੇਗੀ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਚੰਡੀਗੜ੍ਹ।